ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਡੈਮੋਕ੍ਰੇਸੀ ਹੈ, ਲੋਕਤੰਤਰ ਹੈ ਪੂਰੀ ਦੁਨੀਆ ਦੇ ਵਿੱਚ, ਅਸੀਂ ਸਾਰੇ ਜਾਣਦੇ ਹਾਂ। ਐਕਸਪਰਟਸ ਕਹਿੰਦੇ ਨੇ ਕਹਿਣ ਨੂੰ ਡੈਮੋਕ੍ਰੇਸੀ ਹੈ, ਅੰਦਰ ਡਿਕਟੇਟਰਸ਼ਿਪ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿੱਥੇ ਕੀ ਹੋ ਰਿਹਾ, ਕਿਸ ਦੇਸ਼ ਦੇ ਅੰਦਰ ਕੀ ਚੱਲਦਾ ਪਿਆ, ਵਰਲਡ ਬੈਂਕ ਦੇ ਅੰਦਰ ਕੀ ਹੋ ਰਿਹਾ, ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਵਿੱਚ ਕੀ ਹੋ ਰਿਹਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਕੀ ਹੋ ਰਿਹਾ, ਯੂਨਾਈਟਿਡ ਨੇਸ਼ਨਸ ਦੇ ਅੰਦਰ ਕੀ ਹੋ ਰਿਹਾ। ਅੰਦਰ ਦੀ ਕਹਾਣੀ ਕਿਸੇ ਨੂੰ ਨਹੀਂ ਪਤਾ। ਜੋ ਬਾਹਰ ਦਿਖਾਈ ਦਿੰਦਾ ਹੈ ਉਹਦੇ ਆਧਾਰ ਦੇ ਉੱਤੇ ਅਸੀਂ ਵਿਸ਼ਲੇਸ਼ਣ ਕਰਦੇ ਹਾਂ, ਉਹਦੇ ਆਧਾਰ ਦੇ ਉੱਤੇ ਅਸੀਂ ਡਿਬੇਟਸ ਕਰਦੇ ਹਾਂ, ਡਿਸਕਸ਼ਨਸ ਕਰਦੇ ਹਾਂ, ਐਨਾਲਾਈਜ਼ ਕਰਦੇ ਹਾਂ ਉਹਨਾਂ ਇਸ਼ੂਜ਼ ਨੂੰ। ਪਰ ਸੱਚਾਈ ਤੋਂ ਕੋਹਾਂ ਦੂਰ ਹੁੰਦੀਆਂ ਨੇ ਉਹ ਗੱਲਾਂ, ਕਿਉਂਕਿ ਜਦੋਂ ਪ੍ਰੈਕਟੀਕਲੀ ਗੱਲਾਂ ਸਾਹਮਣੇ ਆਉਂਦੀਆਂ ਨੇ ਉਦੋਂ ਸਾਡੀ ਡਿਸਕਸ਼ਨ, ਸਾਡੀ ਸਾਰੀ ਨੌਲੇਜ ਇੱਕ ਪਾਸੇ ਰਹਿ ਜਾਂਦੀ ਹੈ। ਯਾਨੀ ਕਿ ਕਹਿ ਦਿਓ ਕਿ ਛਿੱਕੇ ਟੰਗੀ ਜਾਂਦੀ ਹੈ, ਗੱਲ ਵਿੱਚੋਂ ਕੁਝ ਹੋਰ ਨਿਕਲਦੀ ਹੈ। ਇਹ ਇੱਕ ਇਤਿਹਾਸ ਰਿਹਾ ਹੈ ਮਾਨਵ ਸਮਾਜ ਦਾ। ਸੱਚਾਈ ਸਾਹਮਣੇ ਨਹੀਂ ਆਉਂਦੀ ਔਰ ਜੋ ਵੀ ਸੱਚਾਈ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਉੱਤੇ ਬਹੁਤ ਵੱਡੇ ਰਿਸਕ ਹੋ ਜਾਂਦੇ ਨੇ, ਕਿਉਂਕਿ ਉਹ ਐਡਮਿਨਿਸਟ੍ਰੇਸ਼ਨ ਨੂੰ ਕਹਿ ਲਵੋ, ਉਹ ਉਸ ਵਕਤ ਦੀ ਪਾਵਰ ਨੂੰ ਕਹਿ ਲਵੋ, ਉਹ ਸੂਟ ਨਹੀਂ ਕਰਦਾ। ਸੋ ਟੂ ਮੱਚ ਡੈਮੋਕ੍ਰੇਸੀ ਇਜ਼ ਨਾਟ ਗੁੱਡ ਫॉर ਬਿਜ਼ਨਸ, ਕਿਉਂਕਿ ਹਰ ਚੀਜ਼ ਇੱਕ ਬਿਜ਼ਨਸ ਬਣ ਚੁੱਕੀ ਹੈ, ਹਰ ਚੀਜ਼ ਇੱਕ ਵਪਾਰ ਬਣ ਚੁੱਕੀ ਹੈ। ਆਪਾਂ ਇਸੇ ਕੰਟੈਕਸਟ ਦੇ ਵਿੱਚ ਗੱਲ ਕਰਾਂਗੇ ਅੱਜ ਕਿ ਜੋ ਵਰਲਡ ਦੇ ਅੰਦਰ ਸਾਰੇ ਸਿਨੈਰੀਓਜ਼ ਬਣੇ ਹੋਏ ਨੇ ਉਹਦੇ ਵਿੱਚ ਯੂਨਾਈਟਿਡ ਨੇਸ਼ਨਸ ਐਂਡ ਯੂਨਾਈਟਿਡ ਸਟੇਟਸ ਆਫ ਅਮਰੀਕਾ ਆਪਣੇ ਰੋਲਸ ਕਿਸ ਤਰ੍ਹਾਂ ਅਦਾ ਕਰਦੇ ਪਏ ਨੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਆਸ਼ਿਮਾ ਸਹਾਨੀ, ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ ਤੋਂ ਨੇ, ਜਿਨ੍ਹਾਂ ਦੀ ਐਕਸਪਰਟੀਜ਼ ਹੈ ਇੰਡੀਅਨ ਪੋਲਿਟੀ ਐਂਡ ਇੰਟਰਨੈਸ਼ਨਲ ਪੋਲਿਟਿਕਸ ਫਰੋਮ KMB ਕਾਲਜ ਜਲੰਧਰ। ਵੈਲਕਮ ਟੂ NRI ਵਰਡ ਮੈਮ। थैंक यू जी। ਡੈਮੋਕ੍ਰੇਸੀ ਇਸ਼ੂ ਬੇਸਡ ਪੋਲਿਟਿਕਸ ਹੈ ਔਰ ਜਦੋਂ ਤੱਕ ਇਸ਼ੂਜ਼ ਨਹੀਂ ਹੋਣਗੇ ਡੈਮੋਕ੍ਰੇਸੀ ਵਰਕ ਨਹੀਂ ਕਰ ਸਕਦੀ। ਐਮ ਆਈ ਰਾਈਟ? यस। ਔਰ ਇਸੇ ਕਰਕੇ ਹੀ ਇਸ਼ੂਜ਼ ਨੂੰ ਜ਼ਿੰਦਾ ਰੱਖਿਆ ਜਾਂਦਾ ਔਰ ਕਿਸੇ ਵੀ ਇਸ਼ੂ ਨੂੰ ਸੋਲਵ ਨਹੀਂ ਕੀਤਾ ਜਾਂਦਾ, ਕਿਉਂਕਿ ਉਹਦੇ ਆਲੇ ਦੁਆਲੇ ਹੀ ਅਸੀਂ ਰਾਜਨੀਤੀ ਬੁਣਨੀ ਹੁੰਦੀ ਹੈ, ਵੋਟ ਬੈਂਕ ਕ੍ਰੀਏਟ ਕਰਨਾ ਹੁੰਦਾ ਹੈ। ਔਰ ਪੂਰੀ ਦੁਨੀਆ ਦਾ ਇਹੀ ਕਿੱਸਾ ਹੈ, ਇਹੀ ਕਹਾਣੀ ਹੈ। ਚਾਹੇ ਉਹ ਕੋਈ ਵੀ ਦੇਸ਼ ਹੋਵੇ, ਚਾਹੇ ਭਾਰਤ ਦੀ ਗੱਲ ਕਰ ਲਓ, ਚਾਹੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਗੱਲ ਕਰ ਲਵੋ। ਭਾਰਤ ਦੀ ਗੱਲ ਮੈਂ ਇਸ ਕਰਕੇ ਕੀਤੀ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਮੈਂ ਇਸ ਕਰਕੇ ਗੱਲ ਕੀਤੀ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ। ਸੋ ਪੁਰਾਣੀ ਡੈਮੋਕ੍ਰੇਸੀ ਔਰ ਵਰਲਡ ਪਾਵਰ ਔਰ ਵਰਲਡ ਨੰਬਰ 1 ਗਲੋਬਲ ਲੀਡਰ ਹੋਣ ਦੇ ਨਾਤੇ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ। ਸੋ ਫਸਟ ਸਵਾਲ ਹੈ ਮੇਰਾ, ਯੂਨਾਈਟਿਡ ਨੇਸ਼ਨਸ ਵਾਕਈ ਹੀ ਵਰਲਡ ਲੀਡਰ ਹੈ, ਗਲੋਬਲ ਲੀਡਰ ਹੈ ਇਨ ਟਰੂ ਸੈਂਸ? ਨਹੀਂ, ਤੁਸੀਂ ਯੂਨਾਈਟਿਡ ਨੇਸ਼ਨ ਨੂੰ ਲੀਡਰ ਕਹਿ ਰਹੇ ਜਾਂ ਅਸੀਂ ਇੰਸਟੀਟਿਊਸ਼ਨ ਦੇ ਪੱਖ ਤੋਂ ਦੇਖੀਏ? ਮੈਂ ਯੂਨਾਈਟਿਡ ਨੇਸ਼ਨਸ ਦੇ ਨਾਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਗੱਲ ਕਰ ਰਿਹਾ, ਕਿਉਂਕਿ ਹਰ ਥਾਂ ਦੇ ਉੱਤੇ ਸਿੱਕਾ ਤੇ US ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਹੀ ਚੱਲਦਾ। ਯੈਸ, ਬਿਲਕੁਲ ਸਹੀ ਗੱਲ ਹੈ। ਔਰ ਖਾਸ ਕਰ 1945 ਤੋਂ ਬਾਅਦ ਜਦੋਂ ਸਾਡਾ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ, ਔਰ ਸਿੱਕਾ ਤੇ ਅਮਰੀਕਾ ਦਾ ਹੀ ਚੱਲ ਰਿਹਾ ਡੈਫੀਨੇਟਲੀ। ਇਸ ਤੋਂ ਪਹਿਲੇ ਇੰਗਲੈਂਡ ਦਾ ਚੱਲਦਾ ਸੀਗਾ, ਇੰਗਲੈਂਡ, ਫਰਾਂਸ ਤੇ ਯੂਰਪੀਅਨ ਮੁਲਕ ਸੀਗੇ, ਠੀਕ ਹੈ। ਔਰ ਜਿਹਦੇ ਹੱਥ ਪਾਵਰ ਹੁੰਦੀ ਹੈ ਫਿਰ ਔਰ ਉਹ ਸਿੱਕਾ ਉਹੀ ਚਲਾਉਂਦੇ, ਔਰ ਉਹ ਫਿਰ ਪਾਵਰ ਦੀ ਹੀ ਗੇਮ ਹੈ। ਉਹ ਪਾਵਰ ਨੂੰ ਅਸੀਂ ਕਿੱਦਾਂ ਕੈਪਚਰ ਕਰਨਾ ਹੈ ਤਾਂ ਕਿ ਅਸੀਂ ਆਪਣੇ ਸਿੱਕੇ ਚਲਾ ਸਕੀਏ। ਔਰ ਮੈਂ ਯੂਨਾਈਟਿਡ ਨੇਸ਼ਨਸ ਦੀ ਨਾਲ ਗੱਲ ਕਰਦਾ ਪਿਆ। ਹਾਂਜੀ, ਮੈਂ ਇਸ ਤਰ੍ਹਾਂ ਗੱਲ ਕਰਦਾ ਪਿਆ ਕਿ ਜੋ ਯੂਨਾਈਟਿਡ ਨੇਸ਼ਨਸ ਨੇ ਉਹ ਵੀ US ਦੇ ਕਹੇ ਦੇ ਉੱਤੇ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਕਹੇ ਦੇ ਉੱਤੇ ਹੀ ਕੰਮ ਕਰਦੀ ਹੈ। ਜਿਸ ਤਰ੍ਹਾਂ US ਦਾ ਏਜੰਡਾ ਹੁੰਦਾ ਪੂਰੀ ਦੁਨੀਆ ਨੂੰ ਕੰਟਰੋਲ ਕਰਨ ਦਾ, ਉਸੇ ਏਜੰਡੇ ਤੇ ਕੰਮ ਕਰਦੀ ਹੈ ਯੂਨਾਈਟਿਡ ਨੇਸ਼ਨਸ, ਜਾਂ ਉਹਦਾ ਕੁਝ ਵੱਖਰਾ ਕਾਰੋਬਾਰ ਹੈ? ਦੇਖੋ ਇੱਦਾਂ ਜਿਹੜਾ ਯੂਨਾਈਟਿਡ ਨੇਸ਼ਨ ਦਾ ਸਟਰਕਚਰ ਹੈ, ਜਾਂ ਅਸੀਂ ਹੋਰ ਵੀ ਸਟਰਕਚਰ ਦੇਖ ਲਈਏ, WTO ਦੇਖ ਲਈਏ, ਅਸੀਂ IMF ਦੇਖ ਲਈਏ, ਵਰਲਡ ਬੈਂਕ, ਯੈਸ ਵਰਲਡ ਬੈਂਕ ਅਸੀਂ ਦੇਖ ਲਈਏ, ਜਾਂ ਫਿਰ G7 ਦੇਖ ਲਈਏ, G20 ਦੇਖ ਲਓ ਤੁਸੀਂ, ਹੋਰ ਤੇ ਹੋਰ ਅਸੀਂ ਨਾਟੋ ਨੂੰ ਦੇਖ ਲਈਏ। ਇਹ ਸਾਰੇ ਜਿਹੜੇ ਸਟਰਕਚਰ ਹੈ ਇਹ ਵਰਲਡ ਵਾਰ 2 ਤੋਂ ਬਾਅਦ ਆਉਂਦੇ ਜੀ, ਮੋਰ ਔਰ ਲੈਸ ਕ੍ਰੀਏਟਡ ਬਾਈ ਅਮਰੀਕਾ। ਹੁਣ ਜਦ ਅਮਰੀਕਾ ਹੀ ਉਹਦਾ ਕਰਤਾ ਧਰਤਾ ਹੈ, ਠੀਕ ਹੈ, ਅਮਰੀਕਾ ਨੇ ਉਹਨੂੰ ਰਾਸ਼ਨ ਪਾਣੀ ਦੇਣਾ, ਅਮਰੀਕਾ ਨੇ ਉੱਥੇ ਸਾਰੇ ਗੈਸਟ ਬੁਲਾਣੇ, ਜਿਵੇਂ ਕਿ ਹੁਣ ਸਾਡੇ ਜੈ ਸ਼ੰਕਰ ਸਾਹਿਬ ਗਏ ਹੋਏ ਨੇ ਅਮਰੀਕਾ ਦੀ ਟੂਰ 'ਤੇ, 10 ਦਿਨ ਦੀ ਫੇਰੀ ਹੈ। ਯੈਸ, ਅਤੇ ਹੁਣ ਉਹ ਜਿਹੜਾ ਸਲਾਹ ਮੁਸ਼ਾਵਰਾ ਕਰਨ ਗਏ ਹੈ ਉਹ ਕਾਹਦੇ ਲਈ ਹੈ? ਉਹ ਪਹਿਲੇ ਤਾਂ ਅਮਰੀਕਾ ਦੇ ਲਈ ਹੈ। ਦੁਨੀਆ ਦੇ ਤਾਂ ਹਿੱਸੇ ਬਾਅਦ 'ਚ ਜੋ ਆਏਗਾ ਦੇਖੀ ਜਾਏਗੀ। ਓਕੇ, ਹਾਂਜੀ, ਸੋ ਆਪਣਾ ਨੈਸ਼ਨਲ ਇੰਟਰਸਟ, ਆਪਣਾ ਫਾਇਦਾ ਦੇਖਣਾ ਜ਼ਰੂਰੀ ਹੈ, ਕਿਉਂਕਿ ਆਫਟਰ ਆਲ ਇਟਸ ਅ ਬਿਜ਼ਨਸ। ਯੈਸ, ਪ੍ਰੋਫਿਟ ਸਟੇਟਮੈਂਟ ਦੇ ਜੋ ਚਾਹੀਦੀ ਹੈ, ਪ੍ਰੋਫਿਟ ਦਿਖਣਾ ਚਾਹੀਦਾ ਹੈ। ਸੋ ਵਿਜ਼ਿਟ ਦੀ ਆਪਾਂ ਗੱਲ ਕਰਦੇ ਪਏ ਹਾਂ, ਜੋ ਫੋਰਨ ਮਿਨਿਸਟਰ ਨੇ ਸਾਡੇ ਭਾਰਤ ਦੇ S ਜੈ ਸ਼ੰਕਰ ਅਮਰੀਕਾ ਗਏ ਹੋਏ ਨੇ, ਔਰ ਜ਼ਾਹਿਰ ਤੌਰ ਤੇ ਡਿਸਕਸ਼ਨਸ ਹੁੰਦੀਆਂ ਨੇ ਪੂਰੀ ਦੁਨੀਆ ਦੀ, ਪ੍ਰੋਬਲਮਸ ਨੂੰ ਲੈ ਕੇ ਗੱਲ ਕਰਦੇ ਨੇ। ਜ਼ਾਹਿਰ ਤੌਰ ਤੇ ਕੈਨੇਡਾ ਦੀ ਵੀ ਗੱਲ ਹੋ ਰਹੀ ਹੈ, ਔਰ ਜਦੋਂ ਆਪਣੇ ਹਮ ਰੁਤਬਾ ਐਂਟਨੀ ਬਲਿੰਕਨ ਨੂੰ ਮਿਲਦੇ ਨੇ ਉੱਥੇ ਕੈਨੇਡਾ ਦੀ ਬਿਲਕੁਲ ਗੱਲ ਹੀ ਨਹੀਂ ਹੁੰਦੀ।
ਸੋ ਉਸ ਚੀਜ਼ ਦਾ ਜਸਟਿਨ ਟਰੂਡੋ ਦੇ ਉੱਤੇ ਪ੍ਰੈਸ਼ਰ ਪੈਂਦਾ ਵੀ ਗੱਲ ਕੀ ਬਣੀ, ਸਾਡਾ ਕੋਈ ਜ਼ਿਕਰ ਹੀ ਨਹੀਂ ਹੋ ਰਿਹਾ, ਇਹ ਆਪਣੇ ਹੀ ਮੁੱਦੇ ਲੈ ਕੇ ਬਹਿ ਗਏ ਨੇ। ਸੋ ਇਹ ਤਮਾਮ ਸਮੀਕਰਨ ਬਣਦੇ ਪਏ ਨੇ ਪੋਲਿਟਿਕਸ ਦੇ। ਸੋ ਫਸਟ ਆਫ ਆਲ ਆਪਾਂ ਦੇਖਾਂਗੇ ਕਿ ਜੋ ਇਹ ਮਾਹੌਲ ਬਣਿਆ ਹੋਇਆ ਹੈ ਆਫਟਰ G20, ਉਹ G21 ਕਿਉਂਕਿ ਸਾਊਥ ਅਫਰੀਕਾ ਨਾਲ ਆ ਗਿਆ ਹੈ 54 ਨੇਸ਼ਨਸ ਨੂੰ ਲੈ ਕੇ। ਸੋ ਆਫਟਰ ਦਿਸ ਈਵੈਂਟ ਹੁਣ ਉਹਨਾਂ ਦੀ ਵਿਜ਼ਿਟ ਹੈ ਕਿੰਨੀ ਕੁ ਇੰਪੋਰਟੈਂਟ ਹੈ। ਮੋਦੀ ਸਾਹਿਬ ਗਏ ਅਮਰੀਕਾ, ਬਾਈਡਨ ਸਾਹਿਬ ਆਏ ਇੰਡੀਆ, ਹੁਣ ਜੈ ਸ਼ੰਕਰ ਸਾਹਿਬ ਗਏ ਅਮਰੀਕਾ। ਹੁਣ ਫਿਰ ਇਨਵੀਟੇਸ਼ਨ ਮਿਲ ਰਿਹਾ ਹੈ ਫॉर ਦਿਸ ਰਿਪਬਲਿਕ ਡੇ। ਆਫ ਕੋਰਸ ਹੋ ਸਕਦਾ ਬਾਈਡਨ ਸਾਹਿਬ ਫਿਰ ਆਣਗੇ 26 ਜਨਵਰੀ ਇੱਥੇ ਸੈਲੀਬ੍ਰੇਟ ਕਰਨਗੇ। ਸੋ ਇਹ ਫਸਟ ਆਫ ਆਲ ਇਸ ਟ੍ਰਾਇੰਗਲ ਦੀ ਗੱਲ ਕਰਦੇ ਸੋ ਅਮਰੀਕਾ ਐਂਡ ਇੰਡੀਆ ਦੇ ਆਰ ਡੇਟਿੰਗ ਈਚ ਅਦਰ, ਇਹ ਲਵ ਅਫੇਅਰ ਚੱਲ ਰਿਹਾ ਹੈ। ਹਾਂ, ਦੇ ਆਰ ਡੇਟਿੰਗ ਈਚ ਅਦਰ। ਯਾ ਲੇਕਿਨ ਇਸ ਡੇਟ ਜਦੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਨਾ, ਇਹਦੇ ਲਈ ਦੁਨੀਆ ਲਈ ਵੀ ਬਹੁਤ ਕੁਛ ਇਹਦੇ ਤੇ ਅਸਰ ਪੈਣਾ ਹੈ। ਹੁਣ ਜਿਹੜਾ ਜੈ ਸ਼ੰਕਰ ਸਾਹਿਬ ਦੀ ਮੀਟਿੰਗ ਹੈ 9 ਦਿਨ ਦੀ ਮੀਟਿੰਗ ਹੈ, ਠੀਕ ਹੈ, ਇਹਦਾ ਮਤਲਬ ਕੁਛ ਵੱਡਾ ਹੋਣ ਜਾ ਰਿਹਾ ਹੈ ਕਿਉਂਕਿ 9 ਦਿਨਾਂ 'ਚ ਤੇ ਜੈ ਸ਼ੰਕਰ ਸਾਹਿਬ 15-30 ਮੁਲਕਾਂ 'ਚੋਂ ਆਉਂਦੇ। ਨੰਬਰ 2, ਜਿਸ ਤਰ੍ਹਾਂ ਦੀ ਉਹਨਾਂ ਨੂੰ ਜੈ ਸ਼ੰਕਰ ਸਾਹਿਬ ਨੂੰ ਉੱਥੇ ਰਿਸੈਪਸ਼ਨ ਆਫ ਗੈਸਟ ਮਿਲੀ ਜਾਂ ਗੈਸਟ ਆਨਰ ਮਿਲਿਆ, ਇੱਦਾਂ ਦਾ ਆਨਰ ਜੇ ਕਿਸੇ ਨੂੰ ਮਿਲਦਾ ਤਾਂ ਸਿਰਫ ਇਜ਼ਰਾਈਲ ਨੂੰ। ਇਜ਼ਰਾਈਲ ਤੇ ਇੰਡੀਆ ਦੋ ਐਸੇ ਮੁਲਕ ਹੈ ਜਿਨ੍ਹਾਂ ਨੂੰ ਇੰਨੀ ਸ਼ਿੱਦਤ ਨਾਲ ਆਨਰ ਕੀਤਾ ਜਾ ਰਿਹਾ, ਠੀਕ ਹੈ ਜੀ। ਹੁਣ ਜਿਹੜੀ ਇਹ ਵਿਜ਼ਿਟ ਹੈ ਇਹਨੂੰ ਸਾਨੂੰ 2 ਐਂਗਲਸ ਤੋਂ ਦੇਖਣੀ ਪਏਗੀ। ਇੱਕ ਤਾਂ ਇਹਦੇ ਪੋਲੀਟੀਕਲ ਐਂਗਲਸ, ਠੀਕ ਹੈ ਜੀ, ਉੱਥੇ UN ਜਨਰਲ ਅਸੈਂਬਲੀ ਦੀ 78 ਸੈਸ਼ਨ ਸੀਗਾ, ਠੀਕ ਹੈ, ਜਿਹਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰਨ ਲਈ ਜੈ ਸ਼ੰਕਰ ਸਾਹਿਬ ਗਏ। ਲੇਕਿਨ ਨਾਲ ਹੀ ਨਾਲ ਇਹਦਾ ਦੂਸਰਾ ਪੱਖ ਇਹ ਹੈ ਕਿ ਇਸ ਵਿਜ਼ਿਟ 'ਚ ਜਿਹੜੀ ਇੱਕ ਨੈਚੁਰਲ ਮੀਟਿੰਗਸ ਹੁੰਦੀਆਂ ਜਾਂ ਜਿਹੜੀਆਂ ਰੂਟੀਨ ਮੀਟਿੰਗਸ ਹੁੰਦੀਆਂ ਅਮਰੀਕਾ ਦੇ ਨਾਲ, ਬਾਇਲੈਟਰਲ ਰਿਲੇਸ਼ਨਸ, ਬਾਇਲੈਟਰਲ ਜਦੋਂ ਮੈਂ ਇੱਥੇ ਕਹਿੰਦੀ ਉਹਦਾ ਮਤਲਬ ਇਹ ਹੈ ਜਿਹੜੇ ਅਮਰੀਕਾ ਔਰ ਇੰਡੀਆ ਦੇ ਆਪਸੀ ਜਿਹੜੇ ਮੁੱਦੇ ਨੇ। ਹੁਣ 3 ਮਹੀਨੇ ਪਹਿਲੇ ਮੋਦੀ ਸਾਹਿਬ ਗਏ ਸੀਗੇ, ਠੀਕ ਹੈ, ਉੱਥੇ ਇਹਨਾਂ ਨੇ ਕੁਝ ਪੁਆਇੰਟ ਆਫ ਡਾਇਵਰਜੈਂਸ ਵੀ ਸੀਗੇ, ਕੁਝ ਪੁਆਇੰਟਸ ਤੇ ਅਮਰੀਕਾ ਤੇ ਇੰਡੀਆ ਡਿਫਰ ਵੀ ਕਰਦੇ ਸੀਗੇ, ਜਿਨ੍ਹਾਂ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਅਸੀਂ ਸੌਟ ਆਊਟ ਕਰ ਲਈਏ ਔਰ ਇਸ ਮੀਟਿੰਗ 'ਚ ਉਹਨਾਂ ਨੇ ਸੌਟ ਆਊਟ ਕੀਤਾ ਵੀ ਹੈ। ਸੰਜੀਵ ਜੀ ਸੌਟ ਆਊਟ ਕੀਤਾ ਹੈ। ਔਰ ਇੱਕ ਚੀਜ਼ ਇਹ ਸਾਹਮਣੇ ਆਉਂਦੀ ਹੈ ਕਿ ਜਦੋਂ ਜੈ ਸ਼ੰਕਰ ਆਪਣੇ ਵਿਚਾਰ ਰੱਖਦੇ ਨੇ, ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਇੰਡੀਆ ਦੀ ਪਾਲਿਸੀ ਕਦੀ ਇਹ ਨਹੀਂ ਰਹੀ ਕਿ ਅਸੀਂ ਦੂਸਰੇ ਦੇਸ਼ਾਂ ਦੇ ਇੰਟਰਸਟ ਨੂੰ ਪਿੱਛੇ ਕਰਕੇ ਆਪਣੇ ਇੰਟਰਸਟ ਨੂੰ ਅੱਗੇ ਲੈ ਕੇ ਆਈਏ। ਅਸੀਂ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਸੋਚਦੇ ਹਾਂ, ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ। ਓਕੇ, ਟਰੂ। ਨੈਕਸਟ ਉਹ ਕਹਿੰਦੇ ਨੇ ਕਿ ਹੁਣ ਉਹ ਵਕਤ ਨਹੀਂ ਰਹਿ ਗਿਆ ਕਿ ਕੋਈ ਵੀ ਦੇਸ਼ ਆਪਣਾ ਏਜੰਡਾ ਸੈੱਟ ਕਰੇਗਾ ਤਾਂ ਪੂਰੀ ਦੁਨੀਆ ਨੂੰ ਉਹਦੇ ਮੁਤਾਬਿਕ ਤੁਰਨਾ ਪਏਗਾ। ਹੁਣ ਅੱਜ ਹਰ ਦੇਸ਼ ਦੀ ਆਪਣੀ ਅਹਿਮੀਅਤ ਹੈ, ਇਸ ਕਰਕੇ ਸਭ ਦੀ ਗੱਲ ਸੁਣਨੀ ਪਏਗੀ। ਥਰਡ ਉਹ ਕਹਿੰਦੇ ਨੇ ਕਿ ਜੋ ਕੈਨੇਡਾ ਦੇ ਨਾਲ ਰਿਲੇਸ਼ਨਸ ਨੇ ਇਹ ਉਹਦੇ ਵਿੱਚ ਪੁਖਤਾ ਸਬੂਤ ਲੈ ਕੇ ਆਓ, ਅਸੀਂ ਸਪੋਰਟ ਕਰਨ ਵਾਸਤੇ ਵੀ ਰੈਡੀ ਹਾਂ, ਅਸੀਂ ਡਿਬੇਟ ਵਾਸਤੇ ਵੀ ਰੈਡੀ ਹਾਂ, ਡਿਸਕਸ਼ਨ ਵਾਸਤੇ ਵੀ ਰੈਡੀ ਹਾਂ। ਸੋ ਇਹ ਸਾਰਾ ਇੰਪੈਕਟ ਉਹਨਾਂ ਨੇ ਇੱਕ ਤਰ੍ਹਾਂ ਨਾਲ ਭਾਰਤ ਦਾ ਵਿਚਾਰ ਸਾਰੀ ਦੁਨੀਆ ਦੇ ਸਾਹਮਣੇ ਰੱਖ ਦਿੱਤਾ। ਯੂਨਾਈਟਿਡ ਨੇਸ਼ਨਸ ਦੇ ਪਲੇਟਫਾਰਮ ਤੋਂ ਸਾਰੀ ਦੁਨੀਆ ਉਸ ਚੀਜ਼ ਨੂੰ ਦੇਖਦੀ ਹੈ। ਨਾਓ ਅਮਰੀਕਾ ਦਾ ਕੀ ਪੁਆਇੰਟ ਆਫ ਵਿਊ ਹੈ ਜੈ ਸ਼ੰਕਰ ਸਾਹਿਬ ਦੀ ਇਹਨਾਂ ਸਟੇਟਮੈਂਟਸ ਤੋਂ ਬਾਅਦ, ਕਿਉਂਕਿ ਕਲਚਰਲੀ ਡਿਫਰੈਂਟ ਨੇ ਦੋਵੇਂ ਨੇਸ਼ਨਸ ਔਰ ਦੋਵਾਂ ਦੇ ਸੋਚਣ ਦਾ ਤਰੀਕਾ ਆਪਣਾ ਆਪਣਾ ਹੈ। ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਦੱਸੂੰਗੀ ਕਿ ਜੋ ਤੁਸੀਂ ਹੁਣੀ ਦੱਸਿਆ ਇਹ ਪੋਸੀਬਲ ਕਿੱਦਾਂ ਹੋਇਆ, ਇਹਦੀ ਸਾਨੂੰ ਥੋੜੀ ਜਿਹੀ ਬੈਕਗਰਾਉਂਡ 'ਚ ਜਾਣਾ ਪਏਗਾ। ਜੈ ਸ਼ੰਕਰ ਸਾਹਿਬ ਨੇ ਤੁਸੀਂ ਦੇਖੋ ਵਾਸ਼ਿੰਗਟਨ DC 'ਚ ਹੀ ਜੁਆਇਨਡ ਐਜ਼ ਅ ਯੰਗ ਆਫਿਸਰ ਇਨ 1980s, ਠੀਕ ਹੈ। He's a diplomat. He's a diplomat, yes, in capacity of that only he joined there. ਉਸ ਤੋਂ ਬਾਅਦ 2013 ਤੋਂ ਲੈ ਕੇ 15 ਤੱਕ he was in America, ਠੀਕ ਹੈ। Now Dr. Jaishankar has served in China, America, and he is ਅੱਜ ਸਾਰੀ ਦੁਨੀਆ ਉਹਨਾਂ ਦੀ ਡਿਪਲੋਮੈਸੀ ਦਾ ਲੋਹਾ ਮੰਨ ਰਹੀ ਹੈ। And he is a combination of a politician and a diplomat. He is aware of the power corridors of DC, Washington DC, and he's also aware of the think tanks. ਜਿਹੜਾ ਜੈ ਸ਼ੰਕਰ ਸਾਹਿਬ ਦਾ ਨੈਟਵਰਕ ਹੈ ਇੰਨੇ ਸਾਲਾਂ ਦਾ, ਠੀਕ ਹੈ। He knows each nook and corner of Washington DC, ਕਿੱਥੋਂ ਕੀ ਕਢਾਉਣਾ ਹੈ, ਕੀ ਪਹੁੰਚਾਉਣਾ ਹੈ, ਕਿੱਦਾਂ ਕਰਨਾ ਹੈ, ਇਹ ਸਾਰੀ ਜਿਹੜੀ ਆਰਟ ਹੈ ਉਹਨਾਂ ਦੀ, ਠੀਕ ਹੈ। ਇਹ ਆਰਟ ਦੇ ਕਰਕੇ ਹੀ ਅੱਜ ਇੰਨੀਆਂ ਗੱਲਾਂ, ਠੀਕ ਹੈ, ਇੱਕ ਭਾਰਤ ਦਾ ਜਿਹੜਾ ਫੋਰਨ ਮਿਨਿਸਟਰ ਹੈ ਕਹਿ ਪਾ ਰਿਹਾ ਦੁਨੀਆ ਦੀ ਸਟੇਜ 'ਤੇ। ਸੋ ਤੁਸੀਂ ਹੁਣ ਮੈਨੂੰ ਕੁਐਸਚਨ ਕੀਤਾ ਹੈ ਕਿ ਹਾਊ ਅਮਰੀਕਾ ਇਜ਼ ਰਿਐਕਟਿੰਗ। ਯੈਸ, ਮੈਂ ਇੱਥੇ ਇੱਕ ਐਨਾਲੋਜੀ ਦੇਣਾ ਚਾਹੂੰਗੀ। ਇੱਕ ਛੋਟਾ ਬੱਚਾ ਹੁੰਦਾ ਨਾ, ਉਹ ਚੱਲਣਾ ਸ਼ੁਰੂ ਕਰਦਾ ਹੈ, ਉਹ ਉੱਠਦਾ, ਫਿਰ ਡਿੱਗ ਜਾਂਦਾ, ਫਿਰ ਉੱਠਦਾ,
ਫਿਰ ਹਰ ਇੱਕ ਨੂੰ ਮਜ਼ਾ ਆਉਂਦਾ ਕਿ ਉਹਦੀ ਉਂਗਲੀ ਫੜ ਕੇ ਅਸੀਂ ਲੈ ਜਾਈਏ। ਠੀਕ ਹੈ, ਇੰਡੀਆ ਦੀ ਮਤਲਬ ਖਾਸੀਅਤ ਇਹ ਹੈ ਕਿ ਉਹ ਦਿਖਾ ਰਿਹਾ ਕਿ ਯੈਸ ਆਈ ਵਾਂਟ ਟੂ ਵਾਕ। ਠੀਕ ਹੈ, ਅਮਰੀਕਾ ਉਹਨੂੰ ਉਂਗਲੀ ਫੜਾ ਰਿਹਾ ਕਿ ਚੱਲ ਆ ਚਲੀਏ, ਲੇਕਿਨ ਅਮਰੀਕਾ ਟੌਫੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹ ਬੱਚਾ ਕਹਿ ਰਿਹਾ ਨਾ ਨਾ ਮੈਂ ਨਹੀਂ ਟੌਫੀ ਲੈਂਦਾ, ਮੈਂ ਤਾਂ ਚਾਕਲੇਟ ਲੈਣਾ। ਤੁਸੀਂ ਮੇਰੀ ਉਂਗਲੀ ਤਾਂ ਫੜ ਲਈ ਹੈ ਪਰ ਮੈਂ ਉੱਥੇ ਲੈ ਕੇ ਜਾਣਾ ਜਿੱਥੇ ਮੇਰਾ ਦਿਲ ਕਰਦਾ ਹੈ, ਇੱਦਾਂ ਨਹੀਂ ਕਿ ਜਿੱਥੇ ਤੁਸੀਂ ਲੈ ਜਾਓਗੇ। ਦਿਸ ਇਜ਼ ਹਾਊ ਅਮਰੀਕਾ ਇਜ਼ ਵਿਊਇੰਗ। ਬਾਕੀ ਤਾਂ ਤੁਸੀਂ ਸਾਰਾ ਦੱਸਿਆ ਹੀ ਹੈ ਜੀ। ਬਿਲਕੁਲ, ਕਿਉਂਕਿ ਹਰ ਇਨਸਾਨ ਚਾਹੁੰਦਾ ਕਿ ਉਹਦੀ ਮੰਨੀ ਜਾਏ, ਹਰ ਦੇਸ਼ ਚਾਹੁੰਦਾ ਉਹਦੀ ਮੰਨੀ ਜਾਏ, ਔਰ ਦੁਨੀਆ ਦੀ ਹਾਲਤ ਇਹੀ ਹੈ। ਔਰ ਜਿਹਨੂੰ ਆਪਾਂ ਸਿੱਧੀ ਤਰ੍ਹਾਂ ਪੰਜਾਬੀ 'ਚ ਕਹੀਏ ਕਿ ਲੋਕਾਂ ਦਾ ਕੀ ਹੁੰਦਾ ਕੀ ਨਹੀਂ ਹੁੰਦਾ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੀ ਪਾਵਰ ਕਿੱਦਾਂ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਪਾਵਰ ਗੇਮ ਹਮੇਸ਼ਾ ਚੱਲਦੀ ਰਹੀ ਹੈ। ਸੋ ਇਹਦੇ ਵਿੱਚ ਇੱਕ ਖਾਸ ਪੁਆਇੰਟ ਆਉਂਦਾ, ਜਿਸ ਤਰ੍ਹਾਂ ਅਸੀਂ ਅਮਰੀਕਾ ਦਾ ਪੁਆਇੰਟ ਆਫ ਵਿਊ ਦੇਖਿਆ ਹੈ। ਹੁਣ ਅਗੇਨ ਅਗਰ ਅਮਰੀਕਾ ਦਾ ਪੁਆਇੰਟ ਆਫ ਵਿਊ ਅਸੀਂ ਦੇਖਦੇ ਹਾਂ, ਹਾਂਜੀ, ਅਕਸਰ ਇਹ ਗੱਲ ਹੁੰਦੀ ਹੈ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਕਿ ਅਮਰੀਕਾ ਨੂੰ ਇੰਡੀਆ ਦੀ ਜ਼ਰੂਰਤ ਕਿਉਂ ਹੈ। ਹਾਂਜੀ ਯੈਸ ਪਲੀਜ਼। ਯੈਸ, ਦੇਖੋ ਹੁਣ ਸਿਚੁਏਸ਼ਨ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਅਗਰ ਅਸੀਂ ਵਰਲਡ ਨੂੰ ਦੇਖੀਏ, ਇੱਕ ਪਾਸੇ ਰਸ਼ੀਆ ਤੇ ਚਾਈਨਾ, ਇੱਕ ਪਾਸੇ ਅਮਰੀਕਾ ਹੈ, ਤੇ ਜਿਹੜਾ ਇੰਡੀਆ ਇਹਨਾਂ ਦੇ ਵਿਚਕਾਰ ਖੜਾ ਹੈ। ਇੱਕ ਤਾਂ ਨੰਬਰ 1 ਇਹ ਪੋਜੀਸ਼ਨਿੰਗ ਹੈ ਜਿਹਦਾ ਫਾਇਦਾ ਅਮਰੀਕਾ ਵੀ ਉਠਾਉਣਾ ਚਾਹੁੰਦਾ ਹੈ। ਠੀਕ ਹੈ, ਤੁਸੀਂ ਦੇਖੋ ਨਾ, ਬੜੇ ਇੰਟਰਸਟਿੰਗ ਗੇਮ ਹੈ ਉਹ, ਬਿਲਕੁਲ ਦੋਨੋਂ ਅਲੱਗ ਹੈ ਐਂਡ ਇੰਡੀਆ ਇਜ਼ ਦੀ ਓਨਲੀ ਬ੍ਰਿਜ। ਨਾਓ ਨੰਬਰ 2, ਮੈਂ ਕਿਸੇ ਅਮਰੀਕਨ ਸਕਾਲਰ ਨੂੰ ਹੀ ਸੁਣ ਰਹੀ ਸੀਗੀ, ਇਹ ਉਹਨਾਂ ਨੂੰ ਹੀ ਮੈਂ ਉਹਨਾਂ ਦੀ ਹੀ ਗੱਲ ਇੱਥੇ ਰੱਖੂੰਗੀ। ਉਹਨਾਂ ਨੇ ਇਹ ਕਿਹਾ ਕਿ ਭਾਵਾਂ ਭਾਰਤ ਜਿਹੜਾ 10-20 ਸਾਲ ਪਿੱਛੇ ਹੈ ਚਾਈਨਾ ਤੋਂ, ਅਮਰੀਕਾ ਤੋਂ ਤਾਂ ਖੈਰ ਅਸੀਂ ਬਹੁਤ ਪਿੱਛੇ ਹਾਂ, ਲੇਕਿਨ ਫਿਰ ਵੀ ਭਾਰਤ ਕੋ ਇੱਕ ਐਜ ਹੈ ਜਿਹਦੇ ਕਰਕੇ ਅਮਰੀਕਾ ਜਿਹੜਾ ਲੀਨਿੰਗ ਟੂਵਰਡਸ ਇੰਡੀਆ। ਉਹ ਐਜ ਕੀ ਹੈ? ਉਹ ਐਜ ਇਹ ਹੈ ਕਿ ਜਿਹੜਾ ਦੇਖੋ ਚਾਈਨਾ ਨੇ ਮੰਨ ਲਓ 20 ਗਲਤੀਆਂ ਕੀਤੀਆਂ, ਅਮਰੀਕਾ ਨੇ 15 ਕੀਤੀਆਂ ਇਹ 30-40 ਸਾਲ ਦੇ ਦੌਰਾਨ, ਜਦੋਂ ਚਾਈਨਾ ਦਾ ਰਾਈਜ਼ ਹੁੰਦਾ ਹੈ। ਜੇ ਅਸੀਂ 19 ਔਨਵਰਡਸ ਦੇਖ ਲਈਏ, ਟਿਲ ਕੋਵਿਡ ਟਾਈਮਸ, ਜੇ ਅਸੀਂ ਮੋਟੀਆਂ ਗਲਤੀਆਂ ਗੁਨਾਈਏ। ਹੁਣ ਜਿਹੜਾ ਇੰਡੀਆ ਹੈ, ਇੰਡੀਆ ਨੂੰ ਚਾਈਨਾ ਦੀ ਗਲਤੀਆਂ ਵੀ ਪਤਾ, ਅਮਰੀਕਾ ਦੇ ਵੀ ਪਤਾ, ਤੇ ਇੰਡੀਆ ਦੀ ਖਾਸੀਅਤ ਹੈ ਇੰਡੀਆ ਇਜ਼ ਟਰਾਈਂਗ ਟੂ ਲਰਨ ਕਿ ਮੈਂ ਉਹ ਗਲਤੀਆਂ ਨਹੀਂ ਕਰਨੀਆਂ ਜਿਹਦੇ ਨਾਲ ਮੈਨੂੰ ਅਮਰੀਕਾ ਕੰਟਰੋਲ ਕਰੇ। ਤੇ ਜਿੱਦਾਂ ਅੱਜ ਚਾਈਨਾ ਦਾ ਮਿਸਟਰਸਟ ਬਣ ਚੁੱਕਾ ਦੁਨੀਆ 'ਚ, ਉੱਦਾਂ ਮੇਰਾ ਮਿਸ ਇੰਟਰਸਟ ਨਾ ਹੋ। ਇਹ ਸਾਡੇ ਕੋਲ ਐਜ ਹੈ ਜਿਹਨੂੰ ਅਸੀਂ ਬਹੁਤ ਅੱਛੀ ਤਰ੍ਹਾਂ ਐਨਕੈਸ਼ ਕਰ ਰਹੇ ਹਾਂ, ਜਿਹਨੂੰ ਅਸੀਂ ਬਹੁਤ ਸੋਚ ਸਮਝ ਕੇ ਅਸੀਂ ਇਸ ਚੀਜ਼ ਨੂੰ ਰੱਖ ਕੇ ਤੇ ਅਸੀਂ ਆਪਣੀ ਫੋਰਨ ਪੋਲਿਸੀ 'ਚ ਅੱਗੇ ਵਧ ਰਹੇ ਹਾਂ। ਓਕੇ, ਔਰ ਫੋਰਨ ਪੋਲਿਸੀ ਤੇ ਹਮੇਸ਼ਾ ਸਾਡੀ ਮਸਤ ਹਾਥੀ ਦੀ ਚਾਲ ਹੈ। ਆਪਣੇ ਹਿਸਾਬ ਨਾਲ ਅਸੀਂ ਆਪਣੀ ਸਪੀਡ ਨਾਲ ਅਸੀਂ ਤੁਰਦੇ ਹਾਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਹੋਏ। ਸੋ ਇਹਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਜੋ ਹਮੇਸ਼ਾ ਕਾਊਂਟਰ ਕੀਤਾ ਜਾਂਦਾ ਹੈ ਕਿ ਅਮਰੀਕਾ ਇਸ ਕਰਕੇ ਇੰਡੀਆ ਨਾਲ ਰੱਖਦਾ ਹੈ ਕਿਉਂਕਿ ਚਾਈਨਾ ਨੂੰ ਜਵਾਬ ਦੇਣਾ ਹੈ। ਹਾਂਜੀ, ਔਰ ਇੰਡੀਆ ਇੱਕ ਵੱਡੀ ਮਾਰਕੀਟ ਹੈ ਔਰ ਹਮੇਸ਼ਾ ਅਮਰੀਕਾ ਬਿਜ਼ਨਸਮੈਨ ਹੋਣ ਦੇ ਨਾਤੇ ਮਾਰਕੀਟ ਦੀ ਖੋਜ ਵਿੱਚ ਰਹਿੰਦਾ ਹੈ। ਸੋ ਇਹ ਜਿਹੜੀਆਂ ਦੋਨੋਂ ਟਰਮਸ ਨੇ, ਮੀਡੀਆ ਸਟੋਰੀਜ਼ ਜ਼ਿਆਦਾਤਰ ਇਹਦੇ ਆਲੇ ਦੁਆਲੇ ਹੀ ਘੁੰਮਦੀਆਂ ਕਿ ਇੰਡੀਆ ਬਹੁਤ ਵੱਡੀ ਮਾਰਕੀਟ ਹੈ ਔਰ ਚਾਈਨਾ ਨੂੰ ਕਾਊਂਟਰ ਕਰਨਾ ਹੈ। ਲੇਕਿਨ ਇਹਦੀ ਜਿਹੜੀ ਤਿਆਰੀ ਹੈ ਅਮਰੀਕਾ ਨੇ ਸ਼ੁਰੂ ਕਰ ਦਿੱਤੀ ਸੀ 1999 'ਚ, ਜਦੋਂ ਅਸੀਂ ਨਿਊਕਲੀਅਰ ਵੈਪਨਸ ਨੂੰ ਐਕਸਪਲੋਡ ਕੀਤਾ, ਸੈਂਕਸ਼ਨ ਲਾਏ ਗਏ। 2000 ਤੋਂ ਅਮਰੀਕਾ ਨੂੰ ਸਮਝ ਲੱਗ ਗਈ ਸੀਗੀ ਕਿ ਇੰਡੀਆ ਇਜ਼ ਕਮਿੰਗ ਅਪ। ਉਹ ਜਿਹੜਾ ਬੱਚਾ ਉੱਠਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਉਂਗਲੀ ਫੜਨੀ ਪੈਣੀ ਹੈ। ਠੀਕ ਹੈ ਜੀ। ਕਾਫੀ ਸਿਵਲ ਨਿਊਕਲੀਅਰ ਡੀਲਸ ਹੋਈਆਂ, ਆਣਾ ਜਾਣਾ ਸ਼ੁਰੂ ਹੋਇਆ, ਅਟਰੈਕਸ਼ਨ ਸ਼ੁਰੂ ਹੋਈ। ਹੁਣ ਤਾਂ ਚਲੋ ਦੇ ਆਰ ਡੇਟਿੰਗ ਈਚ ਅਦਰ, ਉਦੋਂ ਅਟਰੈਕਸ਼ਨ ਸ਼ੁਰੂ ਹੋਈ ਔਰ ਮਿਊਚੁਅਲ ਇੰਡੀਆ ਨੇ ਜਵਾਬ ਵੀ ਦਿੱਤਾ। ਹੁਣ ਇਹਦਾ ਉਦੋਂ ਤਾਂ ਸਾਡਾ ਚਾਈਨਾ ਨਾਲ ਕੋਈ ਪੰਗਾ ਨਹੀਂ ਸੀ, ਉਦੋਂ ਤਾਂ ਅਸੀਂ ਬੜੇ ਵੀਕ ਸੀਗੇ, ਉਦੋਂ ਤਾਂ ਚਾਈਨਾ ਨੂੰ ਕਾਊਂਟਰ ਕਰਨ ਦੀ ਕੋਈ ਇਸ਼ੂ ਨਹੀਂ ਸੀ। ਫਿਰ ਵੀ ਅਮਰੀਕਾ ਜਿਹੜਾ ਟਿਲਟਡ ਸੀ ਟੂਵਰਡਸ ਇੰਡੀਆ। ਇਹਦਾ ਰੀਜ਼ਨ ਕੀ ਸੀਗਾ? ਇਹਦਾ ਰੀਜ਼ਨ ਇਹ ਸੀਗਾ ਕਿ ਦੇਖੋ ਹਰ ਸ਼ੈਲਫ ਲਾਈਫ ਹੁੰਦੀ ਹਰ ਇੱਕ ਚੀਜ਼ ਦੀ। ਠੀਕ ਹੈ, ਇੰਡੀਆ ਇੱਦਾਂ ਹੀ ਉਹਨਾਂ ਨੂੰ ਅਮਰੀਕਨਸ, ਆਈ ਵੁੱਡ ਸੈਲਿਊਟ ਟੂ ਦ ਅਮਰੀਕਨ ਥਿੰਕ ਟੈਂਕਸ, ਐਵੇਂ ਨਹੀਂ ਉਹ ਰਾਜ ਕਰਦਾ ਪਿਆ। ਉਹਨਾਂ ਨੇ ਦੇਖ ਲਿਆ ਕਿ ਪੋਟੈਂਸ਼ੀਅਲ ਕਿੰਨਾ ਹੈ ਔਰ ਉਹਨਾਂ ਨੇ ਉੱਧਰ ਵੀ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰਤੀ। ਹਾਲਾਂਕਿ ਉਸ ਟਾਈਮ ਉਹ ਚਾਈਨਾ ਦੇ ਨਾਲ ਬਹੁਤ ਜ਼ਿਆਦਾ ਡੀਪਲੀ ਇਨਵੋਲਵਡ ਸੀਗੇ। ਹੁਣ ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਇੰਡੀਆ ਜਿਹੜਾ ਹੈ, ਇੰਡੀਆ ਦੇ ਅੰਦਰ ਕੀ ਪੋਟੈਂਸ਼ੀਅਲ ਹੈ, ਕਿਉਂਕਿ ਉਹ ਦੁਨੀਆ ਨੂੰ ਕੀ ਦੇ ਸਕਦਾ ਹੈ, ਵਾਟ ਵੀ ਕੈਨ ਗਿਵ। ਦੇਖੋ ਜਦੋਂ ਅਸੀਂ ਕਿਸੇ ਪਾਵਰ ਨੂੰ ਵਰਲਡ ਸਟੇਜ 'ਤੇ ਲੈ ਕੇ ਆਉਂਦੇ ਹਾਂ, ਠੀਕ ਹੈ, ਅਤੇ ਉਹ ਸਿਰਫ ਅਸੀਂ ਪਾਵਰ ਦੇ ਸਿਰ 'ਤੇ ਨਹੀਂ ਹੁੰਦਾ, ਉਹਦੇ 'ਚ ਇਹ ਵੀ ਹੁੰਦਾ ਕਿ ਉਹ ਗਲੋਬ ਨੂੰ ਕੀ ਦੇਵੇਗਾ।
ਠੀਕ ਹੈ। ਹੁਣ ਅੱਜ ਦੇ ਡੇਟ 'ਚ ਜੇ ਮੈਂ ਗੱਲ ਕਰਾਂ ਤੇ ਇੰਡੀਆ ਨੇ ਕੀ ਦਿੱਤਾ। ਇੰਡੀਆ ਨੇ ਸਭ ਤੋਂ ਪਹਿਲੇ ਇੱਕ ਜੇ ਅਸੀਂ ਕੋਵਿਡ ਦੀ ਗੱਲ ਕਰੀਏ, ਕੋਵਿਡ ਦੇ ਦੌਰਾਨ ਜਿੱਦਾਂ ਇੰਡੀਆ ਨੇ ਸਾਂਭਿਆ ਆਪਣੀ ਜਨਤਾ ਨੂੰ ਤੇ ਦੂਜਿਆਂ ਨੂੰ ਵੀ ਮਦਦ ਕੀਤੀ, ਠੀਕ ਹੈ। ਤੇ ਇਹ ਮਤਲਬ ਉਹਦੀ ਇੱਕ ਇਮੇਜ ਉੱਭਰ ਕੇ ਸਾਹਮਣੇ ਆਈ। ਫਿਰ ਇਸ ਤੋਂ ਪਹਿਲੇ ਚਾਈਨਾ ਨੂੰ ਜਿੱਦਾਂ ਕਾਊਂਟਰ ਕੀਤਾ ਢੋਕਲਾਮ 'ਚ, ਗਾਲਵਨ 1 ਗਾਲਵਨ 2, ਉੱਥੇ ਵੀ ਆਪਣੀ ਪੋਟੈਂਸ਼ੀਅਲ ਦਿਖਾਈ। ਫਿਰ ਚੰਦਰਯਾਨ, ਸਾਇੰਟੀਫਿਕ ਜਿਹੜੀਆਂ ਸਾਡੀਆਂ ਰਿਸਰਚਸ ਹੋ ਰਹੀਆਂ ਸੀਗੀਆਂ, ਹੈ ਨਾ। ਉਸ ਤੋਂ ਵੀ ਜ਼ਿਆਦਾ ਮਜ਼ੇਦਾਰ ਦੀ ਗੱਲ ਇਹ ਹੈ ਕਿ ਤੁਸੀਂ ਦੇਖੋ ਇੰਡੀਆ ਜਿਹੜਾ ਆਇਲ ਲਈ ਡਿਪੈਂਡੈਂਟ ਹੈ ਗਲਫ ਕੰਟਰੀਜ਼ 'ਤੇ ਜੀ, ਠੀਕ ਹੈ ਜੀ। ਵੈਪਨਸ ਲਈ ਅਸੀਂ ਡਿਪੈਂਡੈਂਟ ਹੈ ਰਸ਼ੀਆ 'ਤੇ, ਠੀਕ ਹੈ। ਔਰ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਕਮਿਊਨਿਟੀ ਬੈਠੀ ਡਾਇਸਪੋਰਾ ਬੈਠਾ ਹੋਇਆ US 'ਚ, ਔਰ ਇਹ ਤਿੰਨੋਂ ਆਪਸ 'ਚ ਲੜ ਰਹੇ, ਔਰ ਇੰਡੀਆ ਦਾ ਤਿੰਨਾਂ ਨਾਲ ਰਿਲੇਸ਼ਨ ਹੈ। ਹਾਂ, ਇੰਡੀਆ ਦੀ ਬੈਸਟ ਇਹ ਹੈ ਕਿ ਇੰਡੀਆ ਤਿੰਨਾਂ ਨੂੰ ਮੈਨੇਜ ਕਰ ਰਿਹਾ, ਕਿਉਂਕਿ ਦੇਅਰ ਆਰ ਮਲਟੀਪਲ ਇੰਟਰਸਟ, ਮਲਟੀਪਲ ਸੋਰਸਿਸ ਹੁੰਦੇ ਆ। ਇਹ ਜਿਹੜਾ ਮੈਨੇਜਮੈਂਟ ਜਿਹੜਾ ਕਰ ਰਿਹਾ ਨਾ ਇੰਡੀਆ ਨੂੰ, ਇਹਦੇ ਕਰਕੇ ਜਿਹੜਾ ਮਤਲਬ ਅਮਰੀਕਾ ਵੀ ਇਹਦਾ ਮੁਰੀਦ ਹੋਇਆ ਪਿਆ। ਅਮਰੀਕਾ ਕੀ ਸਾਰੀ ਦੁਨੀਆ ਮੁਰੀਦ ਹੋਈ ਪਈ ਹੈ। ਵੀ ਆਰ ਡੀਲਿੰਗ ਵਿਦ ਐਵਰੀਬਡੀ। ਉਹਨਾਂ ਦੀ ਆਪਸ 'ਚ ਲੜਾਈ, ਸਾਡੀ ਥੋੜ੍ਹੀ ਉਹਨਾਂ ਨਾਲ ਲੜਾਈ ਹੈ। ਸਾਨੂੰ ਤਾਂ ਉੱਥੋਂ ਉਹ ਵੀ ਚਾਹੀਦਾ, ਉਹ ਵੀ ਚਾਹੀਦਾ, ਉਹ ਵੀ ਚਾਹੀਦਾ। ਅਸੀਂ ਤਾਂ ਆਪਣੀ ਜਨਤਾ ਦਾ ਸੋਚਣਾ। ਸੰਜੀਵ ਜੀ ਬਿਲਕੁਲ, ਜਨਤਾ ਦਾ ਸੋਚਣਾ ਹੈ ਔਰ ਜਨਤਾ ਇਸ ਗੱਲ ਦੀ ਉਮੀਦ ਵੀ ਕਰਦੀ ਹੈ। ਹੁਣ ਅਸੀਂ ਇਹ ਵੀ ਚੀਜ਼ਾਂ ਡਿਸਕਸ ਕਰ ਲਈਆਂ, ਅਮਰੀਕਨ ਪੁਆਇੰਟ ਆਫ ਵਿਊ ਨੂੰ ਵੀ ਡਿਸਕਸ ਕੀਤਾ ਹੈ। ਹੁਣ ਨਾਓ ਇਹ ਬਹੁਤ ਵੱਡੇ ਡਿਪਲੋਮੈਟ ਨੇ, ਤੁਸੀਂ ਦੱਸਿਆ ਹੈ ਡਿਪਲੋਮੈਟ ਔਰ ਪੋਲੀਟੀਸ਼ੀਅਨ ਦਾ ਕੰਬੀਨੇਸ਼ਨ ਨੇ। ਐਸ ਜੈਸ਼ੰਕਰ ਇਹ ਕਿੱਦਾਂ ਵਿਜ਼ਿਟ ਪਲਾਨ ਕਰਦੇ ਪਏ ਨੇ? ਮਤਲਬ ਪਹਿਲਾਂ ਯੂਨਾਈਟਿਡ ਨੇਸ਼ਨਸ, ਉਸ ਤੋਂ ਬਾਅਦ ਹੁਣ ਵਾਸ਼ਿੰਗਟਨ DC, ਹੁਣ ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਕਰਨੀ ਹੈ। ਇਹ ਟਰੈਕ ਕੀ ਹੈ ਜਿਹਨੂੰ ਆਪਾਂ ਟ੍ਰੇਸ ਸਭ ਤੋਂ ਪਹਿਲੇ ਜਿਹੜੇ ਬਾਕੀ ਦੇਸ਼ ਗਏ ਹੈ ਉਹ ਬਸ ਉੱਥੇ ਯੂਨਾਈਟਿਡ ਨੇਸ਼ਨ 'ਚ ਗਏ, ਆ ਗਏ, ਔਰ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮੁੱਦਾ ਉਠਾਇਆ ਯੂਕਰੇਨ ਦਾ ਉਠਾਤਾ ਜੀ, ਬੜਾ ਗਲਤ ਹੋ ਰਿਹਾ ਜੀ। ਹੋਰ ਉਹਨਾਂ ਨੇ ਕੋਈ ਦੂਸਰਾ ਤੀਸਰਾ ਡਾਇਲੌਗ ਨਹੀਂ ਕੀਤਾ। ਇੱਥੇ ਅੱਜ ਜੈਸ਼ੰਕਰ ਸਾਹਿਬ ਦੀ ਜਿਹੜੀ ਸਪੀਚ ਹੈ ਉਹ ਪੂਰੇ ਵਰਲਡ ਵਿੱਚ ਉਹਨੂੰ ਐਨਾਲਾਈਜ਼ ਕੀਤਾ ਜਾ ਰਿਹਾ। ਹੁਣ ਜੈਸ਼ੰਕਰ ਸਾਹਿਬ ਪਹਿਲੇ ਤਾਂ ਜਿਹੜੇ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਹੈ ਐਂਟੋਨੀਓ ਗੁਟਰਸ, ਉਹਨਾਂ ਨਾਲ ਮਿਲਦੇ ਆ, ਉਹਨਾਂ ਨੂੰ ਦੱਸਦੇ ਕਿ ਅਸੀਂ ਦੁਨੀਆ ਲਈ ਕੀ ਕਰ ਰਹੇ ਹਾਂ। ਫਿਰ ਉਹ ਮਿਲਦੇ ਹੈਗੇ ਡੈਨਿਸ ਫ੍ਰਾਂਸਿਸ ਨੂੰ। ਹੁਣ ਜਿਹੜੇ ਡੈਨਿਸ ਫ੍ਰਾਂਸਿਸ ਹੈ ਇਹ ਪ੍ਰੈਜ਼ੀਡੈਂਟ ਹੈ ਸੈਸ਼ਨ ਜਿਹੜਾ 78th ਸੈਸ਼ਨ ਚੱਲ ਰਿਹਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ। ਹੀ ਇਜ਼ ਫਰੋਮ ਕੈਰੇਬੀਅਨ ਆਈਲੈਂਡ, ਵੈਨੇਜ਼ੁਏਲਾ ਦੇ ਕੋਲ ਹੈ। ਇਹਨਾਂ ਨੂੰ ਮਿਲ ਰਿਹਾ ਔਰ ਇਹਨਾਂ ਨਾਲ ਗੱਲਬਾਤ ਕਰ ਰਹੇ ਕਿ ਅਸੀਂ ਕਿਵੇਂ ਮਿਲਟਸ ਜਿਹੜੇ ਹੈ, ਰਾਈਸ ਦੀ ਪ੍ਰੋਡਕਸ਼ਨ ਵਧਾਈਏ, ਮਿਲਟਸ ਡਿਜੀਟਾਈਜੇਸ਼ਨ ਆਫ ਵਰਲਡ ਕਰੀਏ, ਠੀਕ ਹੈ। ਫਿਰ ਜਿਹੜੇ ਸਾਡੇ ਰੀਜਨਲ ਪ੍ਰੋਬਲਮਸ ਹੈ, ਜਿੱਦਾਂ ਅਫਗਾਨਿਸਤਾਨ 'ਚ ਪ੍ਰੋਬਲਮ ਹੈ, ਮਾਇਨਮਰ 'ਚ ਪ੍ਰੋਬਲਮ ਹੈ, ਇਹ ਡਿਸਕਸ ਕਰਦੇ ਹੈ। ਦੈਨ ਹੀ ਲੀਵਸ ਟੂ ਵਾਸ਼ਿੰਗਟਨ DC। ਹੁਣ ਵਾਸ਼ਿੰਗਟਨ DC 'ਚ ਉਹਨਾਂ ਦਾ ਬਹੁਤ ਤਗੜਾ ਹੋਲਡ ਹੈ। ਮੈਂ ਤੁਹਾਨੂੰ ਦੱਸਿਆ ਦੈਟ ਹੀ ਨੋਜ਼ ਕਿ ਉੱਥੇ ਦੇ ਪਾਵਰ ਕੋਰੀਡੋਰਸ ਕਿੱਥੇ ਨੇ, ਉਹਨਾਂ ਨੂੰ ਕਿੱਥੋਂ ਪਾਵਰ ਕੋਰੀਡੋਰਸ ਨੂੰ ਕਿੱਥੋਂ ਕੀ ਸਮਝਣਾ, ਕਿੱਦਾਂ ਕਰਨਾ। ਹੀ ਇਜ਼ ਅ ਵੈਰੀ ਗੁੱਡ ਕਰਾਫਟਸਮੈਨ, ਠੀਕ ਹੈ ਜੀ। ਹੁਣ ਇੱਥੇ ਉਹ ਬਲਿੰਕਨ ਸਾਹਿਬ ਉਹਨਾਂ ਨੂੰ ਮਿਲਦੇ ਆ। ਦੈਨ ਹੀ ਮੀਟਸ ਦਿਸ ਸਲੀਵਨ ਨੂੰ ਮਿਲਦੇ, ਠੀਕ ਹੈ ਜੀ। ਐਂਡ ਦੈਨ ਹੀ ਗੋਜ਼ ਟੂ ਹਡਸਟਨ ਇੰਸਟੀਟਿਊਟ। ਫਿਰ ਉਹ ਕਾਊਂਸਲ ਆਫ ਜਿਹੜੇ ਫੋਰਨ ਰਿਲੇਸ਼ਨ ਹੈ ਉਹਨਾਂ ਨੂੰ ਵੀ ਉੱਥੇ ਵੀ ਆਪਣੀ ਪਬਲਿਕ ਕਾਨਫਰੰਸਿਸ ਕਰਦੇ ਆ ਔਰ ਬਹੁਤ ਸਾਰੇ ਕੁਐਸਚਨਸ ਦਾ ਜਵਾਬ ਦਿੰਦੇ ਆ। ਆਫ ਕੋਰਸ। ਔਰ ਉਹ ਜਵਾਬ ਵਿੱਚ ਉਹ ਇਹ ਵੀ ਇੱਕ ਬਹੁਤ ਵੱਡਾ ਜਵਾਬ ਦੇ ਦਿੰਦੇ ਜਿਵੇਂ ਕਿ ਤੁਸੀਂ ਕਿਹਾ ਕਿ ਹੁਣ ਸਾਨੂੰ ਇੱਕ ਨਾਨ ਵੈਸਟਰਨ ਲੇਅਰ ਵਰਲਡ ਆਰਡਰ 'ਚ ਲਾਣੀ ਪੈਣੀ ਹੈ। ਬਿਲਕੁਲ। ਇੱਥੇ ਉਹਨਾਂ ਨੇ 2 ਇਸ਼ੂਜ਼ ਬੜੇ ਇੰਪੋਰਟੈਂਟ ਰੇਜ਼ ਕੀਤੇ ਹੈ ਜੈਸ਼ੰਕਰ ਸਾਹਿਬ ਨੇ ਆਪਣੇ ਟਾਕਸ ਕਿ ਪਹਿਲੇ ਇੰਡੀਆ ਅਮਰੀਕਾ ਦੇ ਨਾਲ ਡੀਲ ਕਰਦਾ ਸੀਗਾ, ਨਾਓ ਦੇ ਆਰ ਵਰਕਿੰਗ। ਡੀਲਿੰਗ 'ਚ ਮਤਲਬ ਅਸੀਂ ਆਪਣਾ ਹਿੱਤ ਸੋਚਦੇ, ਜਦੋਂ ਅਸੀਂ ਵਰਕ ਕਰਦੇ ਹਾਂ ਇਹਦਾ ਮਤਲਬ ਅਸੀਂ ਦੁਨੀਆ ਲਈ ਵੀ ਕੁਝ ਕੰਮ ਕਰਦੇ, ਜਿੱਦਾਂ ਇਨ ਫਾਰਮ ਆਫ ਗ੍ਰੀਨ ਐਨਰਜੀ ਕਹਿ ਲਓ ਤੁਸੀਂ, ਕਲਾਈਮੇਟ ਚੇਂਜ ਕਹਿ ਲਓ ਤੁਸੀਂ। ਅੱਛਾ, ਕਿਸੇ ਵੀ ਮੁਲਕ ਨੇ ਨਾ ਇੰਨੇ ਜ਼ਿਆਦਾ ਇਸ਼ੂ ਰੇਜ਼ ਨਹੀਂ ਕੀਤੇ ਜਿੰਨੇ ਕਿ ਜੈਸ਼ੰਕਰ ਸਾਹਿਬ ਨੇ ਕੀਤੇ। ਉਹਨਾਂ ਨੇ ਜੈਂਡਰ ਦੀ ਵੀ ਇੱਥੇ ਗੱਲ ਕਰ ਦਿੱਤੀ। ਮੈਂ ਬੀਇੰਗ ਅ ਵੂਮਨ ਜੈਂਡਰ ਦੇ ਇਸ਼ੂ ਨੂੰ ਵੀ ਇੱਥੇ ਡਿਸਕਸ ਕਰਾਂਗੀ। ਇੱਥੇ ਜੈਸ਼ੰਕਰ ਸਾਹਿਬ ਨੇ ਆਪਣੀ ਸਪੀਚ ਵਿੱਚ ਆਪਣੇ ਦੌਰੇ ਦੇ ਦੌਰਾਨ ਇਹ ਵੀ ਕਿਹਾ ਕਿ ਜੈਂਡਰਸ ਨੂੰ, ਵੂਮਨ ਨੂੰ ਹਜੇ ਅਸੀਂ ਉਹ ਸਪੇਸ ਪੋਲੀਟਿਕਸ 'ਚ ਜਾਂ ਕਿਤੇ ਹੋਰ ਨਹੀਂ ਦਿੱਤੇ ਪਾ ਰਹੇ ਜੋ ਜਿਸ ਦੀਆਂ ਕਿ ਉਹ ਹੱਕਦਾਰ ਹੈ। ਕੋਈ ਵੀ ਮੀਡੀਆ ਨੇ ਇਸ ਚੀਜ਼ ਨੂੰ ਨਹੀਂ ਉਠਾਇਆ। ਸਾਰੇ ਉਹ ਜਿਹੜੀ ਘੁੰਮਣ ਘਮੇਰੀ ਹੈ ਕੈਨੇਡਾ ਦੇ ਹੀ ਦੌਰਾਨ ਹੈ, ਉਹਦੇ ਇਰਦ ਗਿਰਦ ਹੀ ਸਾਰੀ ਹੋ ਰਹੀ ਹੈ। ਇੱਥੇ ਇੱਕ ਲਾਸਟ ਪੁਆਇੰਟ ਮੈਂ ਕਹਿਣਾ ਚਾਹੂੰਗੀ ਜੀ ਕਿ ਜਿਹੜਾ USA ਹੈ, ਹੁਣ USA ਜ਼ਿਆਦਾਤਰ ਲੋਕ ਪੁੱਛ ਰਹੇ ਕਿ ਕੈਨੇਡਾ ਨੂੰ ਬੜੀ ਹੋਪ ਸੀਗੀ ਕਿ USA ਵਿਲ ਰੇਜ਼ ਦੀ ਇਸ਼ੂ।
ਉਹਨਾਂ ਨੇ ਆਪਣੇ ਜਿਹੜੇ ਰੀਡ ਆਊਟਸ 'ਚ ਇਹਦਾ ਜ਼ਿਕਰ ਹੀ ਨਹੀਂ ਕੀਤਾ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਆਪਸ 'ਚ ਉਹਨਾਂ ਨੇ ਕੈਨੇਡਾ ਦੀ ਗੱਲਬਾਤ ਨਹੀਂ ਕੀਤੀ ਹੋਏਗੀ, ਇਹ ਹੋਈ ਹੋਏਗੀ, ਹੈ ਨਾ। ਹੁਣ ਫॉर द टाइम बिंग ਜਸਟਿਨ ਟਰੂਡੋ ਬੈਕਫੁੱਟ 'ਤੇ ਜ਼ਰੂਰ ਚਲੇ ਗਏ, ਲੇਕਿਨ ਮੈਨੂੰ ਪੂਰੀ ਉਮੀਦ ਹੈ ਕਿ ਆਫਟਰ ਅ ਵਾਈਲ ਇਹ ਇਸ਼ੂ ਨੂੰ ਫਿਰ ਇੱਕ ਵਾਰੀ ਰੇਸ ਕੀਤਾ ਜਾਏਗਾ। ਸੋ ਇੱਕ ਚੀਜ਼ ਇਹਦੇ 'ਚ ਆਉਂਦੀ ਹੈ, ਇਤਿਹਾਸ ਜੋ ਰਿਹਾ ਹੈ, ਹੁਣ ਇਹਦੇ 'ਚ ਦੋ ਚੀਜ਼ਾਂ ਆ ਗਈਆਂ ਕਿ ਜੋ ਇੱਕ ਨਵਾਂ ਵਰਲਡ ਆਰਡਰ ਬਣਨ ਜਾ ਰਿਹਾ ਹੈ, ਉਹਦੇ ਵਿੱਚ ਇੱਕ ਨਾਨ ਵੈਸਟਰਨ ਲੇਅਰ ਵੀ ਚਾਹੀਦੀ ਹੈ, ਯੈਸ, ਜਿਹਦੇ ਕਰਕੇ ਇੱਕ ਬੈਲੈਂਸ ਬਣੇਗਾ। ਨਾਓ ਜੋ ਇੱਥੇ ਸੌਰੀ ਮੈਂ ਇੱਕ ਗੱਲ ਕਹਿਣਾ ਚਾਹੂੰਗੀ, ਨਾਨ ਵੈਸਟਰਨ ਲੇਅਰ ਉਹ ਕਿੱਦਾਂ ਕਹਿ ਰਿਹਾ, ਮੈਨੂੰ ਥੋੜ੍ਹਾ ਜਿਹਾ ਸਮਝਾਉਣਾ ਚਾਹੂੰਗੀ। ਜੈ ਸ਼ੰਕਰ ਸਾਹਿਬ ਕਹਿ ਰਹੇ ਕਿ ਅੱਜ ਈਸਟ ਤੇ ਵੈਸਟ ਜਿਹੜਾ ਪੋਲਰਾਈਜ਼ਡ ਹੋਇਆ ਪਿਆ ਜੀ, ਪੋਲ ਅਪਾਰਟਸ। ਅਸੀਂ ਇੱਥੇ ਇੰਡੀਆ 'ਚ ਰਹਿ ਕੇ ਅਸੀਂ ਤਾਂ ਗੱਲ ਕਰਦੇ ਨਾ ਕਿ ਮੁਸਲਮਾਨ ਤੇ ਹਿੰਦੂ ਪੋਲਰਾਈਜੇਸ਼ਨ ਉਹਨਾਂ 'ਚ ਹੋ ਗਈ ਹੈ, ਲੇਕਿਨ ਇਸ ਤੋਂ ਵੀ ਵੱਡੇ ਪੱਧਰ 'ਤੇ ਜਿਹੜੀ ਪੋਲਰਾਈਜੇਸ਼ਨ ਹੋਈ ਹੈ ਬਿਟਵੀਨ ਦੀ ਈਸਟ ਐਂਡ ਦੀ ਵੈਸਟ। ਈਸਟ ਨੂੰ ਆਪਣੀ ਵਿਜ਼ਡਮ 'ਤੇ ਮਾਣ ਹੈ, ਵੈਸਟ ਨੂੰ ਆਪਣੀ ਪਾਵਰ 'ਤੇ ਮਾਣ ਹੈ। ਇਹਦੇ ਵਿੱਚ ਜਿਹੜਾ ਬੈਲੈਂਸ ਬਣਾਉਣਾ ਹੈ ਨਾ, ਦੈਟ ਕੈਨ ਸੈਟ ਅ ਨਿਊ ਟ੍ਰੈਂਡ ਫॉर द ਨਿਊ ਵਰਲਡ ਆਰਡਰ। ਠੀਕ ਹੈ। ਨੰਬਰ 2, ਉਹ ਕਹਿ ਰਹੇ ਕਿ ਜਿਹੜਾ ਨਾਰਥ ਸਾਊਥ ਦਾ ਜਿਹੜਾ ਕ੍ਰਾਈਸਿਸ ਹੈ ਨਾ, ਜਿਹੜਾ ਡਿਵਾਈਡ ਹੈ, ਹੋਰ ਡੀਪਨਿੰਗ ਹੋਈ ਜਾ ਰਿਹਾ। ਮਤਲਬ ਇਹ ਅਮੀਰ ਮੁਲਕ ਹੋਰ ਅਮੀਰ ਬਣੀ ਜਾ ਰਿਹਾ, ਗਰੀਬ ਮੁਲਕ ਹੋਰ ਗਰੀਬ ਮਿਲੀ ਜਾ ਰਿਹਾ, ਲੇਕਿਨ ਇਹਦੇ 'ਚੋਂ ਕੋਈ ਵੀ ਰਸਤਾ ਨਹੀਂ ਨਿਕਲ ਰਿਹਾ। ਹਾਲਾਂਕਿ ਜੈ ਸ਼ੰਕਰ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜਾ ਸਾਡਾ ਗਲੋਬਲ ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਹੈ ਜੀ, ਉਹਦੇ ਮੁਤਾਬਿਕ ਭਾਰਤ ਨੇ 415 ਮਿਲੀਅਨ ਲੋਕਾਂ ਨੂੰ ਪਾਵਰਟੀ ਲਾਈਨ 'ਚੋਂ ਬਾਹਰ ਕੱਢਿਆ, ਤੇ ਉਹ ਜਿਹੜੀ ਪਾਵਰਟੀ ਲਾਈਨ 'ਚੋਂ ਬਾਹਰ ਕੱਢਿਆ ਉਹ ਇੱਕ ਕਿਸਮ ਦਾ ਦੁਨੀਆ ਨੂੰ ਹੀ ਕੰਟਰੀਬਿਊਸ਼ਨ ਹੈ। ਠੀਕ ਹੈ। ਔਰ ਇਹਨਾਂ ਇੱਦਾਂ ਦੀਆਂ ਗੱਲਾਂ ਕਰਕੇ ਭਾਰਤ ਇਹ ਵੀ ਸੰਦੇਸ਼ ਦੇਣਾ ਚਾਹ ਰਿਹਾ ਹੈ ਕਿ ਵੀ ਕੈਨ ਆਲਸੋ ਐਕਟ ਐਜ਼ ਅ ਰੋਲ ਮਾਡਲ ਫॉर द ਅਦਰ ਕੰਟਰੀਜ਼। ਸੰਜੀਵ ਜੀ ਜੀ, ਇਹਦੇ ਵਿੱਚ ਇੱਕ ਚੀਜ਼ ਆਏਗੀ, ਵੈਸਟਰਨ ਲੇਅਰ ਨੂੰ ਵੀ ਤੁਸੀਂ ਕਲੀਅਰ ਕੀਤਾ ਔਰ ਈਸਟਰਨ ਲੇਅਰ ਨੂੰ ਵੀ ਤੁਸੀਂ ਕਲੀਅਰ ਕੀਤਾ, ਉਹੀ ਪੂਰਬ ਔਰ ਪश्चिम का संगम कैसे हो, ਪੁਰਾਣੀ ਗੱਲ ਜੋ ਆਪਾਂ ਲੈ ਕੇ ਚੱਲੀਏ। ਸੋ ਕੈਨੇਡਾ ਦਾ ਇਸ਼ੂ ਵੀ ਉੱਠਦਾ ਹੈ G20 ਤੋਂ ਬਾਅਦ। ਯੈਸ, ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਵਿਖਾਈ ਦਿੰਦਾ ਕਿ ਅਮਰੀਕਾ ਕੈਨੇਡਾ ਨੂੰ ਸਪੋਰਟ ਕਰ ਰਿਹਾ, ਚਾਹੇ ਇਨਡਾਇਰੈਕਟ ਵੇ ਦੇ ਵਿੱਚ। ਹਾਂ, ਬੈਲੈਂਸ ਜ਼ਰੂਰ ਬਣਾ ਕੇ ਚੱਲ ਰਿਹਾ, ਇੱਕ ਸਮਾਰਟ ਗੇਮ ਜ਼ਰੂਰ ਖੇਡਦਾ ਪਿਆ, ਇੰਡੀਆ ਨੂੰ ਵੀ ਨਾਲ, ਕੈਨੇਡਾ ਨੂੰ ਵੀ ਨਾਲ ਕਿੱਦਾਂ ਲੈ ਕੇ ਤੁਰਨਾ ਹੈ। ਸੋ ਕੈਨੇਡਾ ਵੱਲੋਂ ਝੁਕਾਅ ਜ਼ਿਆਦਾ ਹੈ, ਇਹ ਸਭ ਜਾਣਾ, ਇਹ ਨੋਟਿਸ ਕਰਦੇ ਪਏ ਨੇ। ਨਾਓ ਇਸ ਸਿਨੈਰੀਓ ਦੇ ਵਿੱਚ ਇੰਡੀਆ ਕਿੰਨਾ ਕੁ ਵਿਸ਼ਵਾਸ ਕਰ ਸਕਦਾ ਹੈ US ਦੇ ਉੱਤੇ, ਕਿੰਨਾ ਟਰਸਟ ਕਰ ਸਕਦਾ ਹੈ? ਕਿਉਂਕਿ ਜੇ ਅਸੀਂ ਇਤਿਹਾਸ ਨੂੰ ਡਿਸਕਸ ਕਰਨ ਬੈਠੀਏ ਤਾਂ ਬਹੁਤ ਕੁਝ ਅਜਿਹਾ ਹੈ ਜੋ US ਦੇ ਫੇਵਰ 'ਚ ਨਹੀਂ ਜਾਂਦਾ। ਬੜਾ ਕੁੜੱਤਣ ਭਰਿਆ ਇਤਿਹਾਸ ਹੈ ਔਰ ਕਾਫੀ ਇਲਜ਼ਾਮਾਤ ਵੀ ਲੱਗਦੇ ਨੇ, ਇੰਟਰਨੈਸ਼ਨਲ ਕਮਿਊਨਿਟੀ ਲਗਾਉਂਦੀ ਹੈ। ਕੈਨ ਇੰਡੀਆ ਟਰਸਟ ਯੂਨਾਈਟਿਡ ਸਟੇਟਸ ਆਫ ਅਮਰੀਕਾ? ਇੰਟਰਨੈਸ਼ਨਲ ਰਿਲੇਸ਼ਨਸ ਤੇ ਫੋਰਨ ਪੋਲਿਸੀ 'ਚ ਜਿਹੜਾ ਟਰਸਟ ਵਰਡ ਹੈ ਨਾ, ਇਹ ਸੁਸਾਈਡਲ ਹੁੰਦਾ ਹੈ। ਕੋਈ ਵੀ ਦੇਸ਼ ਸੁਸਾਈਡ ਨਹੀਂ ਕਰਨਾ ਚਾਹੇਗਾ, ਔਰ ਇੰਡੀਆ ਤੇ ਹਜੇ ਮਾਸ਼ਾਅੱਲਾ ਹਜੇ ਉਭਰਿਆ। ਟਰਸਟ ਨਹੀਂ ਹੁੰਦਾ ਕਦੀ ਵੀ। ਦੋ ਚੀਜ਼ਾਂ ਹੁੰਦੀਆਂ, ਨੈਸ਼ਨਲ ਇੰਟਰਸਟ, ਦੂਸਰਾ ਬੈਲੈਂਸ ਆਫ ਪਾਵਰ। ਹੁਣ ਜਿੱਥੇ ਅਸੀਂ ਬੈਲੈਂਸ ਆਫ ਪਾਵਰ ਨੂੰ ਦੇਖੇ, ਤੁਸੀਂ ਦੇਖੋ ਇਵੈਂਟ ਕਿੱਦਾਂ ਪਲਾਨ ਕੀਤੇ ਗਏ। ਪਹਿਲੇ ਦੇਖੋ, ਜੇ ਇੰਡੀਆ ਨੂੰ ਅੱਜ ਗਲੋਰੀਫਾਈ ਕੀਤਾ ਤਾਂ ਉਹਦੇ 'ਚ ਸਭ ਤੋਂ ਵੱਡਾ ਹੱਥ ਕਿਹਦਾ? ਅਮਰੀਕਾ ਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਹ ਬੱਚਾ ਨੇ ਕੋਸ਼ਿਸ਼ ਕੀਤੀ ਉੱਪਰ ਉੱਠਣ ਦੀ, ਪਰ ਉਹਦਾ ਜਿਹੜਾ ਹੱਥ ਫੜਿਆ, ਕਿੰਨੇ ਫੜਿਆ? ਅਮਰੀਕਾ ਦਾ। ਅੱਛਾ, ਇਹ ਨਾ ਇੱਕ ਅਮਰੀਕਾ ਦੇ ਬਾਰੇ ਇੱਕ ਕਹਾਵਤ ਹੈ ਕਿ ਇਹਦੀ ਜਿਹੜੀ ਦੁਸ਼ਮਣੀ ਹੈ ਉਹ ਤਾਂ ਬਹੁਤ ਮਾੜੀ ਹੈ, ਲੇਕਿਨ ਇਹਦੀ ਜਿਹੜੀ ਦੋਸਤੀ ਉਹ ਤੁਹਾਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ। ਦੋਨੋਂ ਪਾਸੇ ਹੀ ਨਹੀਂ, ਦੁਸ਼ਮਣੀ ਮਤਲਬ ਮਾੜੀ ਹੈ, ਲੇਕਿਨ ਦੋਸਤੀ ਉਸ ਤੋਂ ਵੀ ਜ਼ਿਆਦਾ ਮਾੜੀ ਹੈ। ਗॉट ਇਟ। ਤੇ ਇਹ 'ਚ ਕੋਈ ਟਰਸਟ ਕੁਛ ਨਹੀਂ ਹੁੰਦਾ, ਇੱਥੇ ਬੈਲੈਂਸ ਆਫ ਪਾਵਰ ਹੁੰਦਾ ਹੈ। ਇੱਥੇ ਦੁਕਾਨਦਾਰੀ ਹੁੰਦੀ ਹੈ, ਲੈਣ ਦੇਣ ਹੁੰਦਾ, ਇਮੋਸ਼ਨਸ ਨਹੀਂ ਹੁੰਦੇ, ਮੋਰੈਲਿਟੀ ਨਹੀਂ ਹੁੰਦੇ, ਮਤਲਬ ਦੇ ਆਰ ਅਵੇ ਫਰੋਮ ਇਮੋਸ਼ਨਸ, ਅਵੇ ਫਰੋਮ ਮੋਰੈਲਿਟੀ। ਤੇ ਟਰਸਟ ਦੀ ਜੀ ਇੱਥੇ ਕੋਈ ਕਹਾਣੀ ਨਹੀਂ, ਕਿਉਂਕਿ ਦੇਖੋ ਨਾ, ਹੁਣ ਜਦੋਂ ਇੰਡੀਆ 'ਚ ਕੁਛ ਲੋਕ ਇਹ ਵੀ ਕਹਿ ਰਹੇ ਕਿ ਸਾਡਾ ਮਤਲਬ ਤੁਹਾਡਾ ਆਤੰਕਵਾਦੀ, ਸਾਡਾ ਆਤੰਕਵਾਦੀ ਨੂੰ ਤੁਸੀਂ ਕਹਿ ਦਿੰਦੇ ਸੋਸ਼ਲ ਐਕਟਿਵਿਸਟ। ਹੁਣ ਇੱਕ ਬੜਾ ਵਿਅੰਗ ਹੈ ਕਿ ਤੁਸੀਂ ਮਤਲਬ ਜਿਹੜੀਆਂ ਜਿੱਦਾਂ ਕਿ ਤੁਸੀਂ ਵੀ ਹੁਣੇ ਕਿਹਾ ਸੀਗਾ ਕਿ ਜਿਹੜੀਆਂ ਸਾਡੀਆਂ ਪੋਲੀਟੀਕਲ ਕੰਪਲਸ਼ਨਸ ਹੈ ਉਹ ਟੈਰਰਿਜ਼ਮ ਨੂੰ ਡਿਫਾਈਨ ਨਹੀਂ ਕਰ ਸਕਦੀਆਂ। ਬਿਲਕੁਲ, ਹੈ ਨਾ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉੱਭਰ ਕੇ ਆ ਰਹੀਆਂ, ਔਰ ਦੇਖੋ ਜਿਹੜੀ ਬਾਲ ਹੈ ਉਹ ਤਾਂ ਅਮਰੀਕਾ ਦੀ ਕੋਰਟ 'ਚ ਹੀ ਹੈ ਨਾ। ਅਮਰੀਕਾ ਇਸ ਕਰਤਾ ਧਰਤਾ, ਕਿਉਂਕਿ ਉਹ ਆਪਣੀ ਇਸ ਕਰਤਾ ਧਰਤਾ ਨੂੰ ਮੇਨਟੇਨ ਕਰ ਸਕੇ, ਇਸੇ ਕਰਕੇ ਇੰਡੀਆ ਨੂੰ ਇੰਗੇਜ ਕੀਤਾ ਜਾ ਰਿਹਾ। ਤੁਹਾਨੂੰ ਪਤਾ ਹੈ ਕਿ ਨਾਓ
ਚਾਈਨਾ ਹੈਜ਼ ਬਿਕਮ ਨੰਬਰ 1 ਇਨ ਨੇਵੀ ਪਾਵਰ। ਜਿੰਨੀਆਂ ਵੀ ਉਹਨੇ ਫਲੀਟਸ ਹੁਣ ਐਕਵਾਇਰ ਕੀਤੀਆਂ US ਨੂੰ ਵੀ ਸਰਪਾਸ ਕਰਤਾ ਹੈ ਜੀ। ਔਰ ਇਹ ਗੱਲਾਂ ਕੱਢ ਨਹੀਂ ਰਹੇ। ਬਹੁਤ ਸਾਰੇ ਐਸੇ ਸੈਕਟਰ ਨੇ ਜਿੱਥੇ ਚਾਈਨਾ US ਨੂੰ ਪਿੱਛੇ ਕਰ ਚੁੱਕਾ ਹੋਇਆ ਹੈ ਔਰ ਅਮਰੀਕਾ ਵਾਕਈ ਹੀ ਇੱਕ ਟੈਂਸ਼ਨ 'ਚ ਹੈ। ਤੁਸੀਂ ਇਹ ਬਿਲਕੁਲ ਠੀਕ ਕਿਹਾ। ਕੁਝ ਕੰਪਲਸ਼ਨਸ ਹੁੰਦੀਆਂ ਨੇ, ਕੰਪਲਸ਼ਨਸ ਕਰਕੇ ਵੀ ਕਈ ਕੰਮ ਕਰਨੇ ਪੈਂਦੇ ਨੇ। ਕਈ ਵਾਰ ਗੱਲ ਕਰਦੇ ਨੇ ਕਿ ਐਕਸਪਰਟਸ ਗੱਲ ਕਰਦੇ ਨੇ ਕਿ 골ਡ ਦੀ ਸਮਗਲਿੰਗ ਕਿਉਂ ਹੁੰਦੀ ਪੂਰੀ ਦੁਨੀਆ ਦੇ ਵਿੱਚ। ਇਹ ਕੰਪਲਸ਼ਨ ਹੈ, ਨਹੀਂ ਤਾਂ ਸਮਗਲਰਸ ਨੂੰ ਕੀ ਜੌਬ ਦਿਓਗੇ? ਜੇ ਉਹ 골ਡ ਦੀ ਸਮਗਲਿੰਗ ਰੁਕ ਜਾਏਗੀ ਤਾਂ ਫਿਰ ਸੁਸਾਇਟੀ ਦਾ ਕ੍ਰਾਈਮ ਰੇਟ ਵਧੇਗਾ, ਕਿਉਂਕਿ ਉਹਨਾਂ ਨੇ ਕੁਝ ਨਾ ਕੁਝ ਤੇ ਕਰਨਾ ਹੀ ਹੈ। ਜੇ ਮੈਂ ਤੁਹਾਨੂੰ ਕੁਐਸਚਨ ਕਰਾਂ ਕਿ ਤੁਸੀਂ ਸਿੱਧੇ ਤਰੀਕੇ ਨਾਲ ਤਾਂ ਅਮਰੀਕਾ ਪਹੁੰਚ ਨਹੀਂ ਸਕਦੇ, ਤੇ ਉਹ ਜਿਹੜਾ ਦੂਸਰਾ ਤਰੀਕਾ ਹੈ ਸਾਰੀ ਦੁਨੀਆ ਪਹੁੰਚੀ ਡੋਂਕੀ ਵਾਲੇ ਤਰੀਕੇ ਨਾਲ। ਐਗਜ਼ੈਕਟਲੀ। ਵਾਟ ਇਜ਼ ਦਿਸ? ਇਹ ਕੀ ਹੈ? ਉਹਨਾਂ ਨੂੰ ਜੌਬ ਦੇਣੀ ਹੈ, ਕਿਉਂਕਿ ਉਹ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਬੈਠੇ ਨੇ, ਜੇ ਉਹਨਾਂ ਨੂੰ ਕੰਮ ਨਹੀਂ ਮਿਲੇਗਾ, ਉਹਨਾਂ ਕੋਲ ਏਮਪਲੋਇਮੈਂਟ ਨਹੀਂ ਹੋਏਗੀ, ਉਹਨਾਂ ਕੋਲ ਖਾਣ ਖਰਚਾ ਪਾਣੀ ਨਹੀਂ ਹੋਏਗਾ, ਤਾਂ ਫਿਰ ਉਹ ਕੁਝ ਇੱਦਾਂ ਦੀਆਂ ਐਕਟੀਵਿਟੀਜ਼ ਕਰਨਗੇ ਜੋ ਸੁਸਾਇਟੀ ਵਾਸਤੇ ਹਾਰਮਫੁਲ ਨੇ, ਕਿਉਂਕਿ ਉਹਨਾਂ ਨੂੰ ਪੈਸਾ ਚਾਹੀਦਾ। ਫਿਰੌਤੀਆਂ ਵੱਧ ਸਕਦੀਆਂ ਨੇ, ਧਮਕੀਆਂ ਵੱਧ ਸਕਦੀਆਂ। ਔਰ ਉੱਥੇ ਡਰੱਗਸ ਵੀ ਦੇਖੋ ਲੀਗਲਾਈਜ਼ਡ ਵੇ ਨਾਲ ਮਿਲਦਾ ਹੈ, ਕੁਝ ਵੀ ਹੋ ਸਕਦਾ। ਤੁਸੀਂ ਆਪਣਾ ਖਾਓ ਜੀ, ਆਰਾਮ ਨਾਲ, ਪਰ ਸ਼ਾਂਤ ਰਹੋ ਜੀ। ਸੋ ਇਟ ਇਜ਼ ਅ ਇਨਡਾਇਰੈਕਟ ਵੇ ਕਿ ਇੰਪਲੋਇਮੈਂਟ ਜਨਰੇਟ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ। ਇਹ ਐਕਸਪਰਟਸ ਦੀ ਰਾਏ ਹੈ, ਵੈਸੇ ਬੜਾ ਡੇਂਜਰਸ ਜਿਹਾ ਤਰੀਕਾ ਲੱਗਦਾ ਮੈਨੂੰ ਤੇ। ਖੈਰ, ਆਪਾਂ ਆਪਣੇ ਇਸ਼ੂ ਤੇ ਆਈਏ। ਕੈਨੇਡਾ ਔਰ ਇੰਡੀਆ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲ ਰਿਹਾ ਹੈ ਪਾਵਰ ਦੀ। ਤੁਸੀਂ ਕਿਹਾ ਹੈ ਦੁਕਾਨਦਾਰੀ ਹੁੰਦੀ ਹੈ, ਅਸੀਂ ਇਹ ਦੇਖਣਾ ਹੁੰਦਾ ਕਿ ਸਾਡਾ ਨੈਸ਼ਨਲ ਇੰਟਰਸਟ ਕੀ ਹੈ, ਅਸੀਂ ਇਹ ਦੇਖਣਾ ਹੁੰਦਾ ਕਿ ਬੈਲੈਂਸ ਕਿੱਦਾਂ ਬਣਾ ਕੇ ਰੱਖਣਾ ਪਾਵਰਸ ਦੇ ਵਿੱਚ। ਸੋ ਕੈਨੇਡਾ ਤੋਂ ਤੇ ਭਾਰਤ ਤੋਂ ਦੋਵਾਂ ਤੋਂ ਕੀ ਫਾਇਦਾ ਲੈਣਾ ਹੈ? ਇਹ ਕਾਊਜ਼ ਨੇ, ਦੋ ਗਾਵਾਂ ਨੇ ਸਾਡੇ ਕੋਲ, ਇਹਨਾਂ ਨੂੰ ਕਿੱਦਾਂ ਮਿਲਕ ਕਰਨਾ ਹੈ US ਨੇ ਕੈਨੇਡਾ ਨੂੰ ਤੇ ਭਾਰਤ ਨੂੰ ਆਪਣੇ ਇੰਟਰਸਟ ਦੇ ਵਿੱਚ। ਨਾਓ ਅਗਰ ਮੈਂ ਸਿੱਧਾ ਇੱਕ ਡਾਇਰੈਕਟ ਕੁਐਸਚਨ ਪੁੱਛਾਂ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਨਾ ਪੋਲਿਟਿਕਸ ਸਾਡੀ ਸ਼ੁਰੂ ਇੱਥੇ ਹੁੰਦੀ, ਨੋ ਪਰਮਾਨੈਂਟ ਫਰੈਂਡਸ, ਨੋ ਪਰਮਾਨੈਂਟ ਐਨੀਮੀਜ਼। ਬਿਲਕੁਲ, ਨੋ ਫੋਜ਼, ਨੋ ਫਰੈਂਡਸ। ਯੈਸ। ਠੀਕ ਹੈ, ਅੱਜ ਅਮਰੀਕਾ ਇੰਡੀਆ ਨੂੰ ਡੇਟ ਕਰ ਰਿਹਾ ਹੈ, ਲੇਕਿਨ ਇਹ ਜਿਹੜੀ ਡੇਟਿੰਗ ਹੈ ਪਰਮਾਨੈਂਟ ਨਹੀਂ ਰਹੇਗੀ। ਦੇਖਦੇ ਹਾਂ ਕਿੰਨੀ ਦੇਰ ਤੱਕ ਚੱਲਦੀ ਹੈ। ਨਾਓ ਕਮਿੰਗ ਟੂ ਕੈਨੇਡੀਅਨ ਕੁਐਸਚਨ, ਦੇਖੋ ਅੱਜ ਕੱਲ੍ਹ ਨਾ ਅਸੀਂ ਗਲੋਬਲ ਵਿਲੇਜ ਟਰਮ ਜਦੋਂ ਯੂਜ਼ ਕਰਦੇ, ਸਾਡੀ ਨਾ ਡਿਪੈਂਡੈਂਸੀ ਬਹੁਤ ਜ਼ਿਆਦਾ ਹੈ। ਵੀ ਆਰ ਹਾਈਲੀ ਡਿਪੈਂਡੈਂਟ। ਕੈਨੇਡਾ ਨੂੰ ਹੀ ਸਾਡੀ ਲੋੜ ਨਹੀਂ, ਸਾਨੂੰ ਵੀ ਉਹਨਾਂ ਦੀ ਲੋੜ ਹੈ। ਸ਼ੋਰ ਹੈ। ਠੀਕ ਹੈ। ਦੂਸਰੀ ਗੱਲ, ਜਦੋਂ ਦੋਨੋਂ ਆਪਸ 'ਚ ਗੱਲਬਾਤ ਕਰ ਰਹੇ ਸੀਗੇ, ਜਦੋਂ ਜੈਸ਼ੰਕਰ ਸਾਹਿਬ ਔਰ ਉੱਥੇ ਵਾਲਟਰ ਰਸਲ ਸੀਗੇ, ਵੈਨ ਦੇ ਵਰ ਡਿਸਕਸਿੰਗ, ਵੈਨ ਦੇ ਵਰ ਹੈਵਿੰਗ ਅ ਪਬਲਿਕ ਕਾਨਫਰੰਸਿਸ, ਅਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਕੈਨੇਡਾ ਮੋਰਲ ਲੈਕਚਰ ਦਿੰਦਾ ਇੰਡੀਆ ਨੂੰ ਵੀ ਅਤੇ ਅਮਰੀਕਾ ਨੂੰ ਵੀ। ਮਤਲਬ ਇੱਕ ਮਜ਼ਾਕ 'ਚ ਉਹਨਾਂ ਨੇ ਕਿਹਾ। ਜੈ ਸ਼ੰਕਰ ਨੇ ਜਵਾਬ ਦਿੱਤਾ, ਤੁਹਾਨੂੰ ਵੀ ਉਹਨਾਂ ਨੇ ਨਾ ਗਲੋਬਲ ਸਾਊਥ ਦਾ ਹਿੱਸਾ ਸਮਝਣਾ ਸ਼ੁਰੂ ਕਰ ਦਿੱਤਾ। ਓਕੇ। ਤੇ ਦੇਖੋ, ਅਮਰੀਕਾ ਆਫ ਕੋਰਸ ਕੈਨੇਡਾ ਨੂੰ ਲੂਜ਼ ਨਹੀਂ ਕਰ ਸਕਦਾ। ਠੀਕ ਹੈ, ਕਿਉਂਕਿ ਜਦੋਂ ਇਰਾਕ ਦੇ ਉੱਤੇ ਹਮਲਾ ਹੋਇਆ ਸੀਗਾ ਤੇ ਕੈਨੇਡਾ ਨੇ ਬਹੁਤ ਜ਼ਿਆਦਾ ਆਪਣੀ ਜਿਹੜੀ ਆਰਮੀ ਹੈ, ਸੋਲਜਰਸ ਭੇਜੇ ਸੀਗੇ। ਯੂਕਰੇਨ ਦਾ ਵੀ ਹੁਣ ਜਿਹੜਾ ਮਸਲਾ ਹੈ, ਕੈਨੇਡਾ ਬਹੁਤ ਵੱਡਾ ਰੋਲ ਉੱਚ ਪਲੇ ਕਰ ਰਿਹਾ। ਠੀਕ ਹੈ, ਦੋਨੋਂ ਭਰਾ ਹੈ, ਲੇਕਿਨ ਅਸੀਂ ਇੰਡੀਆ ਨੂੰ ਵੀ ਨਹੀਂ ਇਗਨੋਰ ਕਰ ਸਕਦੇ। ਵਾਏ ਰਸ਼ੀਆ ਬੈਠਾ ਹੋਇਆ ਹੈ, ਚਾਈਨਾ ਬੈਠਾ ਹੋਇਆ ਹੈ। ਠੀਕ ਹੈ, ਪੋਲੀਟਿਕਸ ਹੈ ਹੀ ਇਹ। ਹੁਣ ਅਮਰੀਕਾ ਨੂੰ ਮੈਨੇਜ ਕਰਨਾ ਪੈਣਾ ਹੈ, ਕੈਨੇਡਾ ਨੂੰ ਵੀ ਔਰ ਇੰਡੀਆ ਨੂੰ ਵੀ, ਔਰ ਬੜੇ ਵਧੀਆ ਤਰੀਕੇ ਨਾਲ ਅਮਰੀਕਾ ਨੇ ਮੈਨੇਜ ਕੀਤਾ ਹੈ। ਪਹਿਲੇ ਤਾਂ ਅਮਰੀਕਾ ਚੁੱਪ ਰਿਹਾ, ਪਹਿਲੇ ਤਾਂ ਅਮਰੀਕਾ ਦੇ ਉਹ ਆਫਿਸਰ ਨੇ ਇੱਕ ਸਟੇਟਮੈਂਟ ਦਿੱਤੀ, ਨਹੀਂ ਸਾਨੂੰ ਬੜਾ ਕੰਸਰਨ ਹੈ। ਫਿਰ ਜਿਹੜਾ ਇੱਕ ਰਿਟਾਇਰਡ ਅਮਰੀਕਾ ਦਾ ਬੰਦਾ ਸੀ, ਉਹਨੇ ਕਹਿਤਾ ਨਹੀਂ ਕੈਨੇਡਾ ਮਤਲਬ ਇੱਦਾਂ ਗਲਤੀ ਕਰ ਰਿਹਾ ਹੈ। ਠੀਕ ਹੈ, ਫਿਰ ਹੁਣ ਇੰਨਾ ਸਭ ਕੁਝ ਹੋ ਰਿਹਾ। ਠੀਕ ਹੈ, ਫਿਰ ਇਹਨਾਂ ਨੇ ਫਾਈਵ ਆਈਜ਼ ਵਾਲੀ ਵੀ ਇੰਨੀ ਕਹਾਣੀ ਚੱਲੀ, ਮੀਡੀਆ 'ਚ ਇੰਨਾ ਜ਼ਿਆਦਾ ਉਹਨੂੰ ਵੀ ਪੰਪ ਕੀਤਾ ਗਿਆ। ਠੀਕ ਹੈ, ਉਹਨੂੰ ਵੀ ਸਪਿਨ ਕੀਤੀ ਗਈ ਉਹ ਵੀ ਸਟੋਰੀ। ਫਿਰ ਇੰਟੈਲੀਜੈਂਸ ਵੀ ਅਮਰੀਕਾ ਨੇ ਪ੍ਰੋਵਾਈਡ ਕੀਤੀ ਹੈ ਜੀ, ਹਾਂਜੀ ਜੀ ਪ੍ਰੋਬਲਮ ਸੀਗੀ ਜੀ, ਜਾਂ ਜਿੱਦਾਂ ਵੀ ਸੀਗੀ। ਠੀਕ ਹੈ, ਹੁਣ ਜੈਸ਼ੰਕਰ ਸਾਹਿਬ ਨੂੰ ਵੀ ਬੜੀ ਰਿਸੈਪਸ਼ਨ ਵਧੀਆ ਮਿਲ ਰਹੀ ਹੈ। ਅਤੇ ਬੈਲੈਂਸ ਆਫ ਪਾਵਰ ਕੀ ਹੁੰਦਾ ਹੈ ਕਿ ਇੱਕ ਵਾਰੀ ਹੱਥ ਮਿਲਾ ਲੈਣਾ, ਇੱਕ ਵਾਰੀ ਥੱਪੜ ਮਾਰ ਦੇਣਾ, ਇੱਕ ਵਾਰੀ ਹੱਥ ਮਿਲਾ ਲੈਣਾ, ਇੱਕ ਵਾਰੀ ਥੱਪੜ ਮਾਰ ਦੇਣਾ। ਜੇ ਤੁਸੀਂ ਸੋਚਦੇ ਹੋ ਕਿ ਕੁਛ ਵੀ ਕਲੀਅਰ ਕੱਟ ਨਿਕਲ ਕੇ ਆਏਗਾ ਤਾਂ ਫਿਰ ਪੋਲੀਟਿਕਸ ਕਾਹਦੀ ਰਹੇਗੀ ਦੈਨ ਵਾਟ। ਪਰ ਇਹਦੇ 'ਚ ਰਿਸੀਵਿੰਗ ਐਂਡਸ 'ਤੇ ਕੌਣ ਹੈ? ਆਮ ਜਨਤਾ। ਕਿਉਂਕਿ ਹੁਣ ਸਾਡੇ ਕੈਨੇਡਾ ਨਾਲ ਜੋ ਸਾਡੀਆਂ ਰੂਟਸ ਬਣ ਚੁੱਕੀਆਂ ਹੋਈਆਂ ਨੇ, ਬੀਇੰਗ ਅ ਪੰਜਾਬੀ ਆਈ ਐਮ ਸੇਇੰਗ। ਅੱਛਾ, ਜੇ ਅਸੀਂ ਗੱਲ ਕਰਦੇ ਨਾ, ਸਿੱਖ ਕਮਿਊਨਿਟੀ ਬਹੁਤ ਹੈ, ਅਤੇ ਇੱਕ ਡੇਟਾ ਮੈਨੂੰ ਯਾਦ ਨਹੀਂ ਆ ਰਿਹਾ, ਮਤਲਬ ਜੇ 7 ਲੱਖ ਸਿੱਖ ਹੈ ਅਤੇ 8 ਲੱਖ ਉੱਥੇ ਹਿੰਦੂ ਵੀ ਬੈਠਾ ਹੋਇਆ ਜਾਂ ਨੌਨ ਸਿੱਖ ਵੀ ਬੈਠਾ ਹੋਇਆ। ਗੱਲ ਇੱਥੇ ਸਿਰਫ ਅਸੀਂ
ਸਿੱਖਾਂ ਦੇ ਪ੍ਰਿਜ਼ਮ ਤੋਂ ਜਾਂ ਹਿੰਦੂਆਂ ਦੇ ਪ੍ਰਿਜ਼ਮ ਤੋਂ ਨਾ ਦੇਖੀਏ, ਅਸੀਂ ਗਲੋਬਲ ਵਿਲੇਜ ਦੀ ਪ੍ਰੋਵੀਜ਼ਨ ਤੋਂ ਉਹ ਪਰਸੈਪਸ਼ਨ ਤੋਂ ਦੇਖੀਏ ਕਿੱਦਾਂ ਅਸੀਂ ਇੱਕ ਦੂਜੇ ਤੇ ਡਿਪੈਂਡੈਂਟ ਆ। ਪਹਿਲੇ ਅਸੀਂ ਉਹਨਾਂ ਨੂੰ ਡਿਪੈਂਡੈਂਟ ਬਣਾਤਾ ਤੇ ਹੁਣ ਅਸੀਂ ਉਹਨਾਂ ਲਈ ਪ੍ਰੋਬਲਮ ਕ੍ਰੀਏਟ ਕਰਤੀ। ਗੱਲ ਇਹ ਹੈ ਕਿ ਜੇ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਸਾਰੇ ਇੱਕ ਦੌੜ ਦੇ ਵਿੱਚ ਸ਼ਾਮਿਲ ਹਾਂ, ਇੱਕ ਰੇਸ ਦੇ ਵਿੱਚ ਸ਼ਾਮਿਲ ਹਾਂ। ਉਹ ਕਹਿੰਦਾ ਮੈਂ ਤੇਰੇ ਤੋਂ ਅੱਗੇ ਲੰਘ ਜਾਣਾ, ਉਹ ਕਹਿੰਦਾ ਮੈਂ ਤੇਰੇ ਤੋਂ ਅੱਗੇ ਲੰਘ ਜਾਣਾ, ਤੇ ਦੌੜ ਨੇ ਜਾਣਾ ਕਿੱਥੇ ਨਹੀਂ, ਹੈ? ਮੈਨੂੰ ਇੱਕ ਹੋਰ ਐਨਾਲੋਜੀ ਯਾਦ ਆ ਰਹੀ, ਜਿੱਦਾਂ ਬੱਸ ਹੁੰਦੀ ਨਾ ਭਰੀ ਹੁੰਦੀ ਹੈ, ਤੁਸੀਂ ਜਿੱਦਾਂ ਮਰਜ਼ੀ ਚੜ੍ਹ ਜਾਂਦੇ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਖੜਾ, ਟਿਕਟ ਦਿੱਤੀ ਜਾਂਦੀ ਨਹੀਂ ਦਿੱਤੀ ਜਾਂਦੀ, ਪਰ ਤੁਸੀਂ ਪਹੁੰਚ ਜਾਂਦੇ ਹੋ। ਦੈਟਸ ਆਲ। ਉਹੀ ਹੈ ਕਿ ਗੇਮ ਦੇ ਵਿੱਚ ਸਾਰੇ ਦੌੜਦੇ ਪਏ ਨੇ, ਤੂੰ ਮੇਰੇ ਤੋਂ ਅੱਗੇ ਲੰਘਦਾ ਹੈ, ਮੈਂ ਤੇਰੇ ਤੋਂ ਅੱਗੇ ਲੰਘਦਾ, ਲੇਕਿਨ ਇਹ ਰੇਸ ਜਾਂਦੀ ਕਿੱਧਰ ਪਈ ਹੈ ਕਿਸੇ ਨੂੰ ਨਹੀਂ ਪਤਾ। ਬਸ ਇੱਕ ਆਈਡਲ ਜੀ ਚੀਜ਼ ਰੱਖੀ ਹੋਈ ਹੈ। ਅਸੀਂ ਹਿਊਮੈਨਿਟੀ ਦੀ ਗੱਲ ਕਰ ਰਹੇ ਹਾਂ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਅਸੀਂ ਗਲੋਬਲ ਪੀਸ ਦੀ ਗੱਲ ਕਰ ਰਹੇ ਹਾਂ, ਅਸੀਂ ਨਿਊ ਵਰਲਡ ਆਰਡਰ ਦੀ ਗੱਲ ਕਰ ਰਹੇ ਹਾਂ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ ਦੀ ਗੱਲ ਕਰ ਰਹੇ ਹਾਂ, ਪਰ ਉੱਦਾਂ ਦਾ ਕੰਮ ਨਹੀਂ ਕਰ ਰਹੇ। ਜੇ ਅਸੀਂ ਪੰਜਾਬੀ 'ਚ ਕਹੀਏ, ਅਸੀਂ ਕੱਦੂ ਦੀ ਸਬਜ਼ੀ ਬਣਾਉਂਦੇ ਪਏ ਹਾਂ ਤੇ ਅਸੀਂ ਉਮੀਦ ਕਰਦੇ ਪਏ ਹਾਂ ਸਾਨੂੰ ਬਦਾਮਾਂ ਵਾਲਾ ਕੜਾਹ ਖਾਣ ਨੂੰ ਮਿਲਣਾ ਹੈ। ਹਾਂਜੀ, ਦੇ ਆਰ ਸੈਲਿੰਗ 올ਡ ਵਾਈਨ ਇਨ ਨਿਊ ਬੋਟਲਸ, ਹੋਰ ਕੁਝ ਵੀ ਨਹੀਂ ਹੈ। ਸੋ ਥੈਂਕ ਯੂ ਸੋ ਮਚ ਇਸ ਸਬਜੈਕਟ ਦੇ ਉੱਤੇ ਤੁਸੀਂ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕਵਾਂਗੇ ਕਿ ਆਪਣੇ ਵਿਚਾਰ, ਆਪਣੇ ਆਈਡੀਆਜ਼ ਸਾਨੂੰ ਜ਼ਰੂਰ ਇਨਬਾਕਸ ਕਰੋ ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਥੈਂਕ ਯੂ ਮੈਮ। ਥੈਂਕ ਯੂ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।